ਤੁਸੀਂ 2 ਵਾਰ ਪਹਿਲਾਂ ਵਿਧਾਇਕ ਰਹੇ ਹੋ ਤੇ ਜਿਹੜਾ ਦੂਜਾ ਕਾਂਗਰਸ ਵੱਲੋਂ ਉਹ ਵੀ 2 ਵਾਰ ਵਿਧਾਇਕ ਰਹਿ ਚੁੱਕਾ, ਅਕਾਲੀ ਦਲ ਤੋਂ ਉਹ 1 ਵਾਰ ਵਿਧਾਇਕ। ਮੁੱਖ ਮੁਕਾਬਲਾ ਕਿਹਦੇ ਵਿੱਚ ਮੰਨਦੇ? 5 ਸਾਲ ਇੱਥੇ ਰਹੇ ਆ, 10 ਸਾਲ ਜੇਲ੍ਹ ਵੀ ਰਹੇ ਆ ਤਰਲੋਚਨ ਸਿੰਘ ਸੋਹਣ ਜੀ। ਉਹ ਅੱਜ ਲੋਕਾਂ ਨੂੰ ਤਾਂ ਇਹ ਕਹਿ ਰਹੇ ਆ ਕਿ ਜੀ ਪਾਰਟੀਆਂ ਬਦਲ ਲਈਆਂ। ਤੁਸੀਂ ਜਿਹੜਾ 1997 'ਚ ਵੀ ਆਜ਼ਾਦ ਲੜੀ ਸੀ ਤਰਲੋਚਨ ਸਿੰਘ ਜੀ ਨੇ, ਫਿਰ ਆਪਣਾ 2017 'ਚ ਵੀ ਜਿਹੜੀ ਆਜ਼ਾਦ ਇੱਥੇ ਲੜੀ ਸੀ। ਇਹ ਪਾਰਟੀਆਂ ਬਦਲ ਤੋਂ ਘੱਟ ਆ ਕਿ ਪਾਰਟੀਆਂ ਲੋਕਾਂ ਵਾਸਤੇ ਸੇਵਾ ਵਾਸਤੇ ਇੱਕ ਨਾਂ ਹੈ, ਲੇਕਿਨ ਵਿਅਕਤੀ ਜਿਹੜਾ ਉਹ ਸੇਵਾ ਕਰਦਾ। ਲੇਕਿਨ ਮੈਂ ਬੇਨਤੀ ਕਰ ਦੇਵਾਂ ਕਿ ਮੇਰੇ ਨਾਲੋਂ ਵੱਧ ਕਿਸੇ ਨੇ ਬੰਗਾ ਹਲਕੇ 'ਚ ਵਿਕਾਸ ਨਹੀਂ ਕਰਾਇਆ, ਕਿਸੇ ਨੇ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਕੋਈ ਸ਼ਰੀਕ ਨਹੀਂ ਹੋਇਆ। ਇਹ ਲੋਕ ਜਿਹੜੇ ਫਸਲੀ ਬਟੇਰੇ ਆ, ਇਹ ਜਿਹੜੀ ਹੈ ਜਦੋਂ ਇਲੈਕਸ਼ਨਾਂ ਆਉਂਦੀਆਂ ਉਦੋਂ ਨਿਕਲਦੇ। ਅਸੀਂ ਜਿੱਤੇ ਹਾਰੇ ਆ, ਰੋਜ਼ਾਨਾ ਤੁਹਾਡੇ ਸਾਹਮਣੇ ਅਸੀਂ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਹਾਂ। ਸੁੱਖੀ ਸਾਹਿਬ ਜਿਹੜੇ ਸੁਖਵਿੰਦਰ ਸੁੱਖੀ ਡਾਕਟਰ ਸਾਹਿਬ 5 ਸਾਲ ਹੁਣ ਇੱਥੋਂ ਵਿਧਾਇਕ ਰਹੇ ਆ, ਉਹ ਅੱਜ ਕਹਿੰਦੇ ਮੈਨੂੰ ਦੁਬਾਰਾ ਮੌਕਾ ਦਿਓ। ਦੁਬਾਰਾ ਮੌਕਾ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਪਰਫਾਰਮੈਂਸ ਦੇ ਆਧਾਰ 'ਤੇ, ਕੰਮ ਦੇ ਆਧਾਰ 'ਤੇ ਦੇਣਾ। ਜੇ 5 ਸਾਲਾਂ 'ਚ ਕੋਈ 5 ਰੁਪਈਆਂ ਦਾ ਕੰਮ ਹੀ ਨਹੀਂ ਕੀਤਾ, ਉਹ ਤੋਂ ਪਹਿਲਾਂ ਤਰਲੋਚਨ ਸਿੰਘ ਜੀ ਨੇ 5 ਸਾਲ ਜਿਹੜਾ 5 ਰੁਪਏ ਦਾ ਕੋਈ ਕੰਮ ਨਹੀਂ ਕੀਤਾ, ਤੇ ਫਿਰ ਅਸੀਂ ਵੋਟ ਕਿਹੜੇ ਆਧਾਰ 'ਤੇ ਅਸੀਂ ਪਾਉਣੀ ਹੈ? ਤੁਹਾਨੂੰ ਪਤਾ ਹੈ ਕਿ ਮੈਂ ਜਿਹੜੇ ਜਦੋਂ ਵੀ ਰਿਹਾ 1997 ਤੋਂ 2002 ਤੱਕ ਰਿਹਾ, ਫਿਰ ਮੈਂ 2007 ਤੋਂ 2012 ਤੱਕ MLA ਬੰਗਾ ਹਲਕੇ ਵਿੱਚ ਰਿਹਾ। ਔਰ ਜਿੰਨੇ ਵਿਕਾਸ ਦੇ ਕੰਮ ਕਰਾਏ ਆ ਉਹਨਾਂ ਦੇ ਥਾਂ ਥਾਂ 'ਤੇ ਮੇਰੇ ਪੱਥਰ ਲੱਗੇ ਆ। ਔਰ ਜੇ ਆਪਣਾ ਲੋਕ ਕੰਮ ਦੇ ਆਧਾਰ 'ਤੇ ਵੋਟ ਪਾਉਣ, ਚੰਮ ਦੇ ਆਧਾਰ 'ਤੇ ਵੋਟ ਨਾ, ਪਾਰਟੀਆਂ ਦੇ ਆਧਾਰ 'ਤੇ ਵੋਟ ਨਾ ਪਾਉਣ, ਤਾਂ ਫਿਰ ਜਿਹੜਾ ਮੈਂ ਬੰਗਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ, ਬੇਨਤੀ ਕਰਦਾ, ਦੋਨੇ ਹੱਥ ਜੋੜ ਕੇ ਪੱਲਾ ਅੱਡ ਕੇ ਕਿ ਇਸ ਵਾਰੀ ਆਪਣਾ ਜਿਹੜਾ ਵਿਕਾਸ ਵਾਸਤੇ ਵੋਟ ਦਿਓ। ਪਹਿਲਾਂ ਵੀ ਕਿਸੇ ਨੇ ਬੰਗਿਆਂ ਦੇ ਹਲਕੇ ਦੇ ਡਾਕਟਰ ਸਾਹਿਬ ਦੀ ਕੋਈ ਯਾਦਗਾਰ ਨਹੀਂ ਬਣਾਈ, ਉਹਨਾਂ ਦਾ ਬੁੱਤ ਨਹੀਂ ਲਵਾਇਆ। ਮੇਰੇ ਤੋਂ ਬਾਅਦ 'ਚ ਵੀ ਕਿਸੇ ਨੇ ਨਹੀਂ ਲਵਾਇਆ। 2 ਜਿਹੜੇ ਹੁਣ MLA ਇੱਥੇ ਮੌਜੂਦਾ ਇਲੈਕਸ਼ਨ ਲੜ ਰਹੇ ਆ। ਕਾਂਗਰਸ ਵੱਲੋਂ ਕੱਲ੍ਹ ਜਿਹੜਾ ਚੰਨੀ ਦਾ ਚਿਹਰਾ ਦਿੱਤਾ ਗਿਆ, ਭਾਜਪਾ ਵੱਲੋਂ ਹਾਲੇ ਤੱਕ ਚਿਹਰਾ ਨਹੀਂ। ਔਰ ਚੰਨੀ ਦੇ ਚਿਹਰੇ ਨੂੰ ਲੈ ਕੇ ਲੱਗਦਾ ਵੀ ਕਿ ਕਾਂਗਰਸ ਨੂੰ ਇੱਕ ਵੱਡੀ ਡੋਜ਼ ਮਿਲ ਗਈ ਹੈ ਕੱਲ੍ਹ। ਇਹ ਨਾਲੇ ਚੰਨੀ ਸਾਹਿਬ ਕੋਈ ਦਲਿਤ ਨਹੀਂ ਹੈਗੇ, ਉਹ ਢੌਂਗ ਕਰ ਰਹੇ ਆ। ਤੁਹਾਡੇ ਸਾਹਮਣੇ ਉਹਦੇ ਭਾਣਜਾ ਜਿਹੜਾ ਉਹਦੀ ਘਰ ਵਾਲੀ ਦਾ, ਉਹਦੇ ਕੋਲੋਂ ਜਿਹਦੇ ਰਾਹੀਂ ਉਹ ਕੰਮ ਚਲਾਉਂਦਾ ਸਾਰਾ ਆਪਣਾ ਪੈਸੇ ਕਮਾਉਣ ਦਾ, ਉਹ ਦੇਖੋ ਕਿੰਨਾ ਪੈਸਾ 11 ਕਰੋੜ ਰੁਪਈਆ ਨਿਕਲਿਆ। ਰਜਿਸਟਰੀਆਂ ਜ਼ਮੀਨਾਂ ਦੀਆਂ ਨਿਕਲੀਆਂ, ਫਿਰ ਸੋਨਾ ਨਿਕਲਿਆ। ਹੱਲੇ ਵੀ ਚੰਨੀ ਸਾਹਿਬ ਕੋਲ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਕਹਿੰਦੇ ਪਿਆ, ਜਿਹੜਾ ਦੱਬਿਆ ਹੋਇਆ। ਸਿਰਫ ਮੁੱਖ ਮੰਤਰੀ ਦੀ ਆੜ ਦੇ ਵਿੱਚ ਵੀ ਕਿ ਉਹਦੇ ਘਰ ਛਾਪੇ ਨਹੀਂ ਪੈ ਸਕਦੇ। ਕਿ ਚੰਨੀ ਸਾਹਿਬ ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਗੁਰੂ ਰਵਿਦਾਸ ਜੀ ਦੇ ਪਰਿਵਾਰ ਵਿੱਚੋਂ ਰਹਿ ਗਏ ਆ। ਮੈਨੂੰ ਪਤਾ ਲੱਗਾ ਉਹਨਾਂ ਨੇ ਆਪਣਾ ਧਰਮ ਵੀ ਤਬਦੀਲ ਕੀਤਾ ਹੋਇਆ। ਵੀ ਚੰਨੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ। ਮੈਂ ਮੰਗ ਕਰਦਾ ਕਿ ਚੰਨੀ ਸਾਹਿਬ ਸਪਸ਼ਟ ਕਰਨ ਕਿ ਜਿਹੜੇ ਦੋਸ਼ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਨੇ ਆਪਣਾ ਧਰਮ ਤਬਦੀਲ ਕਰਕੇ ਕ੍ਰਿਸਚਨ ਧਰਮ ਅਪਣਾਇਆ ਹੋਇਆ, ਤੇ ਉਹ ਦੱਸਣ ਕਿ ਮੈਂ ਇਹ ਧਰਮ ਤਬਦੀਲੀ ਕੀਤੀ ਹੈ ਕਿ ਨਹੀਂ ਕੀਤੀ। ਤੇ ਜੇ ਕੀਤੀ ਹੈ ਤਾਂ ਫਿਰ ਸਾਡੇ ਗਰੀਬ ਸਮਾਜ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਕਿ ਮੈਂ ਦਲਿਤ ਹਾਂ। 25 ਕਰੋੜ ਦਾ ਚੈੱਕ ਜਿਹੜਾ ਸਾਡੇ ਸੱਚਖੰਡ ਬੱਲਾ ਮਹਾਰਾਜ ਜੀ ਨੂੰ ਦੇ ਕੇ ਆਏ ਸੀ, ਉਹ ਚੈੱਕ ਕੈਸ਼ ਨਹੀਂ ਹੋਇਆ ਜਿੱਥੋਂ ਤੱਕ ਮੈਨੂੰ ਪਤਾ ਲੱਗਾ। ਉਹ ਬੜਾ ਵੱਡਾ ਫਰਾਡ ਸਾਡੇ ਸਮਾਜ ਦੇ ਗੁਰੂ ਸਾਹਿਬਾਨ ਨਾਲ, ਸਮਾਜ ਨਾਲ ਇਹਨੇ ਧੋਖਾ ਕੀਤਾ। ਪਹਿਲਾਂ MLA ਬਣਨਗੇ, ਫਿਰ ਉਹ ਆਪਣਾ ਮੁੱਖ ਮੰਤਰੀ ਚੁਣਨਗੇ। ਤੇ ਚੰਨੀ ਸਾਹਿਬ ਤਾਂ ਸਾਡੇ ਤੋਂ ਜੂਨੀਅਰ ਹੈ, ਕੱਲ੍ਹ ਨੂੰ ਕੀ ਪਤਾ ਸਾਡਾ ਹੀ ਨੰਬਰ ਲੱਗ ਜਾਵੇ। ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਥੇ ਵਿਜੇ ਸਾਂਪਲਾ ਇਲੈਕਸ਼ਨ ਲੜ ਰਹੇ, ਜਿਹੜੇ ਉਹ ਵੀ ਇੱਕ ਵਾਰੀ MP ਰਹੇ, ਉਹ ਮਿਨਿਸਟਰ ਰਹੇ। ਅਸੀਂ ਤਾਂ ਮੈਂ ਤਾਂ 2 ਵਾਰੀ MLA ਰਿਹਾ, ਪਿੰਡ ਦਾ ਸਰਪੰਚ ਰਿਹਾ, ਜ਼ਿਲ੍ਹਾ ਵੀ ਦਾ ਮੈਂਬਰ ਰਿਹਾ, PPSC ਦਾ ਵੀ ਮੈਂਬਰ ਰਿਹਾ। ਸਾਨੂੰ ਕੋਈ ਘੱਟ ਤਜਰਬਾ, ਮੈਂ MA ਤੱਕ ਪੜ੍ਹਿਆ ਹੋਇਆ। ਅਸੀਂ ਵੀ ਮੁੱਖ ਮੰਤਰੀ ਬਣ ਸਕਦੇ ਹਾਂ। ਸਾਨੂੰ ਕਿਉਂ? ਸਾਨੂੰ ਕੰਮ ਕਰਨਾ ਆਉਂਦਾ, ਪ੍ਰਸ਼ਾਸਨ ਚਲਾਉਣਾ ਆਉਂਦਾ। ਵਿਰੋਧੀਆਂ ਦੀ ਚਰਚਾ ਰਹੀ ਹੈ ਕਿ ਮੋਹਨ ਲਾਲ ਪਾਰਟੀ ਬਹੁਤ ਚੇਂਜ ਕਰਦੇ, ਜਿਵੇਂ ਤੁਸੀਂ ਪਹਿਲਾਂ ਕਾਂਗਰਸ, ਅਕਾਲੀ ਦਲ 'ਚੋਂ ਕਾਂਗਰਸ 'ਚ ਆਏ। ਲੱਗਦਾ ਜੇ ਫਿਰ ਕਾਂਗਰਸ 'ਚ ਰਹਿੰਦੇ, ਜਿਵੇਂ ਹੁਸਨ ਲਾਲ ਨੇ ਇੱਥੋਂ ਅਨਾਊਂਸ ਕੀਤਾ ਗਿਆ, ਉਸ ਤੋਂ ਬਾਅਦ ਜੇ ਸੂੰਢ ਨੂੰ ਲਿਆਂਦਾ ਗਿਆ ਤਾਂ ਦਾਅਵੇਦਾਰੀ ਤੁਹਾਡੀ ਠੁੱਕ ਲੱਗ ਸਕਦੀ ਸੀ ਜੇ ਤੁਸੀਂ ਇੱਥੇ ਕਾਂਗਰਸ 'ਚ ਹੁੰਦੇ। ਵਿਰੋਧੀਆਂ ਦਾ ਇਹ ਵੀ ਕਹਿਣਾ ਹੈ ਜੇ ਪਾਰਟੀ ਬਦਲੀ, ਮੈਂ ਲੋਕਾਂ ਦੀ ਸੇਵਾ ਲਈ ਬਦਲੀ ਹੈ, ਨਾ ਕਿ ਮੈਂ ਆਪਣੇ ਵਾਸਤੇ ਬਦਲੀ ਹੈ। ਮੈਨੂੰ ਆਪਣੇ ਵਾਸਤੇ ਕੋਈ ਫਾਇਦਾ ਨਹੀਂ। ਸਾਨੂੰ ਤਾਂ ਉਹਨਾਂ ਨੇ ਇਨਕਾਰ ਹੀ ਕਰਤਾ ਸੀ। ਤੈਨੂੰ ਬੁਲਾ ਕੇ ਕਹਿ ਦਿੱਤਾ ਕਿ ਅਸੀਂ ਜਿਹੜੀ ਇੱਥੋਂ ਜਿਹੜੀ ਹੁਸਨ ਲਾਲ ਨੂੰ ਟਿਕਟ ਦੇਣੀ ਹੈ, ਤੁਹਾਨੂੰ ਕਿਤੇ ਟਿਕਟ ਨਹੀਂ ਦੇਣੀ, ਆਰਾਮ ਨਾਲ ਆਪਣੇ ਘਰ ਬੈਠੋ। ਜਦੋਂ ਸਾਨੂੰ ਇਹੀ ਸਪਸ਼ਟ ਕਰ ਦਿੱਤਾ, ਫਿਰ ਉੱਥੇ ਰਹਿਣ ਦਾ ਕੋਈ ਕਾਰਨ ਨਹੀਂ ਸੀ ਬਣਦਾ। ਅੱਜ ਜਿਹੜੇ ਤਰਲੋਚਨ ਸਿੰਘ ਸੋਹਣ ਜੀ ਇੱਥੇ ਆਏ ਆ, ਉਹ ਤਾਂ 5 ਸਾਲ ਹਲਕੇ 'ਚ ਦਿਖਾਈ ਨਹੀਂ ਦਿੱਤੇ। ਲੋਕਾਂ ਦੇ ਜਿਹੜਾ ਬੜਾ ਵਿਰੋਧ ਆ ਉਹਨਾਂ ਦੇ ਖਿਲਾਫ ਹੈ ਕਿ ਤੁਸੀਂ ਇੱਥੇ ਹਲਕੇ 'ਚ ਕਦੀ ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਆਉਂਦੇ, ਲੋਕਾਂ ਲਈ ਕੋਈ ਸੇਵਾ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ। ਤੇ ਫਿਰ ਹੁਣ ਵੋਟਾਂ ਲੈਣ ਵਾਸਤੇ ਕਿਸ ਤਰ੍ਹਾਂ ਹੈ? ਜਦੋਂ ਪਰ ਬਣੇ ਵੀ ਸੀ ਤਰਲੋਚਨ ਸਿੰਘ ਸੋਹਣ ਜੀ, ਉਦੋਂ ਵੀ ਕਿਸੇ ਕੁਛ ਨਹੀਂ ਕਰਾਇਆ ਬੰਗਾ ਹਲਕੇ ਦਾ। ਤੁਸੀਂ ਬੰਗਾ ਸ਼ਹਿਰ ਦੇ ਵਿੱਚ ਮੈਨੂੰ ਅੱਜ ਇੱਕ ਵੀ ਨਿਸ਼ਾਨੀ, ਜਿਹੜੀ ਵੱਡੀ ਨਿਸ਼ਾਨੀ ਸਬਜ਼ੀ ਮੰਡੀ ਅਸੀਂ ਬਣਾਈ, ਬੱਸ ਅੱਡਾ ਮੈਂ ਬਣਾਇਆ, ਹਸਪਤਾਲ ਸਿਵਲ ਮੈਂ ਬਣਾਇਆ, ਵੱਡੀ ਤਹਿਸੀਲ ਮੈਂ ਬਣਾਈ,
ਤੇ ਇੱਥੇ ਪੋਲੀਟੈਕਨਿਕ ਕਾਲਜ ਮੈਂ ਲੈ ਕੇ ਆਇਆ, ਜੜਿਆਲੇ ਮੁਫਤ ਜਿਹੜਾ ਆਦਰਸ਼ ਸਕੂਲ ਆ ਉਹ ਮੈਂ ਲੈ ਕੇ ਆਇਆ, ਬੰਗੇ ਸ਼ਹਿਰ ਦਾ ਖਾਸ ਜਿਹੜਾ ਬੰਦੇ ਗੰਦੇ ਪਾਣੀ ਦਾ ਉਹ ਬੰਗਾ ਗੋਪਾਲਪੁਰ ਡਰੇਨ ਹੀਮੀ ਤੋਂ ਅੱਗੇ ਜਿਹੜੀ ਆ ਜੜਿਆਲੇ ਤੱਕ ਮੈਂ ਕਢਾ ਕੇ ਦਿੱਤੀ ਹੈ, ਪਿੰਡ ਟੈਂਕੀਆਂ ਮੈਂ ਬਣਾ ਕੇ ਦਿੱਤੀਆਂ, ਸਕੂਲ ਅਪਗ੍ਰੇਡ ਮੈਂ ਕਰਾਏ ਆ। ਇਸ ਕਰਕੇ ਇਹਨਾਂ ਨੂੰ ਵੀ ਪੁੱਛੋ ਨਾ ਵੀ ਮੈਂ ਤਾਂ ਆਪਣਾ ਪਰਚਾ ਛਪਾਇਆ ਜਿਹੜਾ ਮੈਂ ਉਹ ਆਪਣਾ ਹੁਣ ਨਵਾਂ ਵੀ ਛਪਾਇਆ, ਲੇਕਿਨ ਮੈਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਉਹਦੇ ਵਿੱਚ ਗਿਣਾਈਆਂ। ਤੇ ਮੈਂ ਬੇਨਤੀ ਕਰਦਾ ਕਿ ਮੈਂ ਇਹਨਾਂ ਨੂੰ ਵੀ ਪੁੱਛਣ ਨਾ, ਲੋਕ ਪੁੱਛਣ ਵੀ ਇਹਨਾਂ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਹੈ ਜਦੋਂ ਇਹ MLA ਰਹੇ ਆ ਇਹਨਾਂ ਨੇ ਕੀ ਕੰਮ ਕੀਤਾ। ਪੰਜਾਬ ਅੰਦਰ 2022 ਦੀਆਂ ਚੋਣਾਂ ਬਹੁਤ ਨੇੜੇ ਆ ਗਈਆਂ। ਹਰ ਜਿਹੜਾ ਉਮੀਦਵਾਰ ਹੈ ਆਪਣੀ ਜਿੱਤ ਦੇ ਦਾਅਵੇ ਨੂੰ ਲੈ ਕੇ ਵੋਟਰਾਂ ਤੱਕ ਸੰਪਰਕ ਕਰ ਰਿਹਾ ਹੈ। ਸਾਡੇ ਨਾਲ ਨੇ ਹਲਕਾ ਬੰਗਾ ਤੋਂ 2 ਵਾਰ ਰਹਿ ਚੁੱਕੇ ਵਿਧਾਇਕ ਚੌਧਰੀ ਮੋਹਨ ਲਾਲ ਬਹਿਰਾਮ ਜੀ। ਬਹਿਰਾਮ ਜੀ, ਸਭ ਤੋਂ ਪਹਿਲਾਂ ਮੋਹਨ ਲਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਨਿੱਘਾ ਸਵਾਗਤ। ਤੁਹਾਨੂੰ ਗੁੱਡ ਮਾਰਨਿੰਗ ਨਿੱਘੀ ਜੀ। ਹਾਂ ਜੀ, ਧੰਨਵਾਦ ਰਤੂ ਸਾਹਿਬ ਪੰਜਾਬ ਨੇਸ਼ਨ TV ਦਾ, ਜਿਹੜੇ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹੈ ਔਰ ਸਾਨੂੰ ਆਪਣੀ ਜਿਹੜੀ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਧਰੀ ਸਾਹਿਬ, ਤੁਸੀਂ 2 ਵਾਰ ਹਲਕਾ ਬੰਗਾ ਤੋਂ ਪਹਿਲਾਂ ਨੁਮਾਇੰਦਗੀ ਕੀਤੀ ਹੈ, 2 ਵਾਰ ਤੁਹਾਡਾ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ। ਇਸ ਵਾਰ ਜਿਹੜੀ ਲੋਕਾਂ ਵਿੱਚ ਤੁਸੀਂ ਫਿਰ ਆਪਣੀ ਜਿਹੜੀ ਆ ਗੱਲ ਲੈ ਕੇ ਆ ਰਹੇ ਹੋ, ਲੋਕਾਂ ਵਿੱਚ ਪਹੁੰਚ ਕਰ ਰਹੇ ਹੋ, ਕੀ ਤੁਹਾਡੇ ਮਿਸ਼ਨ ਰਹਿਣਗੇ? ਖਾਸ ਤੌਰ 'ਤੇ ਬੰਗਾ ਵਿਧਾਨ ਸਭਾ ਦੀ ਗੱਲ ਕਰੀਏ, ਕਿਹੜੇ ਖਾਸ ਮੁੱਦਿਆਂ 'ਤੇ ਤੁਸੀਂ ਲੋਕਾਂ ਨੂੰ ਪਹੁੰਚ ਕਰ ਰਹੇ ਹੋ? ਰਤੂ ਸਾਹਿਬ, ਪਹਿਲਾਂ ਵੀ ਬੰਗਾ ਹਲਕੇ ਦੇ 2 ਵਾਰ ਵਿਧਾਇਕ ਬਣ ਕੇ ਬਹੁਤ ਵਿਕਾਸ ਕਰਵਾਇਆ ਅਤੇ ਹੁਣ ਵੀ ਜਿਹੜਾ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਪਹਿਲਾਂ ਤੋਂ ਵੀ ਵੱਧ ਜਿਹੜਾ ਬੰਗਾ ਹਲਕੇ ਦਾ ਵਿਕਾਸ ਕਰਾਵਾਂਗੇ। ਇੱਕ ਤਾਂ ਇੱਥੇ ਸਾਡੇ ਜਿਹੜੇ ਆ ਰੁਜ਼ਗਾਰ ਦੀ ਸਾਡੀ ਸਮੱਸਿਆ, ਸਾਡੇ ਬੱਚੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾ ਰਹੇ। ਇੱਕ ਤਾਂ ਵੱਡੀ ਇੰਡਸਟਰੀ ਕੋਈ ਇੱਥੇ ਆਵੇ ਸਾਡੇ ਇਲਾਕੇ ਦੇ ਅੰਦਰ ਜਿਹੜੀ ਖੇਤੀ ਦੇ ਆਧਾਰ 'ਤੇ ਹੋਵੇ, ਜਿੱਥੇ ਲੋਕਾਂ ਨੂੰ ਕੰਮ ਮਿਲੇ, ਰੁਜ਼ਗਾਰ ਮਿਲੇ। ਅਤੇ ਦੂਸਰਾ ਆਪਣਾ ਜਿਹੜਾ ਇੱਥੇ ਜਿਹੜਾ ਸਿਹਤ ਸਹੂਲਤਾਂ ਵਾਸਤੇ ਵਧੀਆ ਹਸਪਤਾਲ ਹੋਵੇ ਔਰ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ। ਸਾਡੇ ਗਰੀਬ ਲੋਕ ਹੈ, ਉਹਨਾਂ ਦੇ ਕੱਚੇ ਮਕਾਨ ਢਹਿ ਢੇਰੀ ਹੋ ਚੁੱਕੇ ਹੈ, ਖਰਾਬ ਹੋ ਚੁੱਕੇ ਹੈ, ਉਹਨਾਂ ਨੂੰ ਨਵੇਂ ਘਰ ਬਣਾ ਕੇ ਦੇਣੇ। ਔਰ ਜਿਹੜੀ ਉਹਨਾਂ ਦੀ ਇਲਾਜ ਵਾਸਤੇ ਲੋਕਾਂ ਕੋਲ ਪੈਸਾ ਨਹੀਂ, ਉਹਨਾਂ ਨੂੰ 5-5 ਲੱਖ ਰੁਪਈਏ ਤੱਕ ਦਾ ਜਿਹੜਾ ਮੁਫਤ ਇਲਾਜ ਵਾਸਤੇ ਜਿਹੜਾ ਆਯੁਸ਼ਮਾਨ ਜਿਹੜਾ ਕਾਰਡ ਬਣਾ ਕੇ ਦੇਣਾ। ਔਰ ਇਸੇ ਤਰ੍ਹਾਂ ਜਿਹੜੇ ਸਾਡੇ ਬਜ਼ੁਰਗ ਹਨ ਉਹਨਾਂ ਨੂੰ ਜਿਹੜੀ ਆ ਪੈਨਸ਼ਨ ਜਿਹੜੀ ਆ 1500 ਤੋਂ 3000 ਰੁਪਈਆ ਕਰਕੇ ਦੇਣੀ, ਜਿਹਦੇ ਨਾਲ ਆਪਣਾ ਉਹ ਚੰਗੀ ਜ਼ਿੰਦਗੀ ਆਪਣੀ ਬਸਰ ਕਰ ਸਕਣ। ਜਿਹੜੀਆਂ ਵਿਧਵਾ ਭੈਣਾਂ ਹਨ, ਅੰਗਹੀਣ ਸਾਡੇ ਭੈਣਾਂ ਭਰਾ ਹਨ, ਉਹਨਾਂ ਨੂੰ 3000 ਰੁਪਈਆ ਪੈਨਸ਼ਨ ਅਸੀਂ ਦੇਵਾਂਗੇ। ਔਰ ਇਸੇ ਤਰ੍ਹਾਂ ਜਿਹੜੇ ਸਾਡੇ ਗਰੀਬ ਲੋਕ ਆ ਜਿਹੜੇ ਖੇਤੀਬਾੜੀ ਨਹੀਂ ਕਰਦੇ, ਉਹਨਾਂ ਨੂੰ 6000 ਰੁਪਈਆ ਸਾਲਾਨਾ ਦਿੱਤਾ ਜਾਏਗਾ। 500 ਰੁਪਇਆ ਹਰ ਮਹੀਨੇ ਜਿਹੜਾ ਉਹਨਾਂ ਦੇ ਘਰ ਉਹਨਾਂ ਦੇ ਖਾਤਿਆਂ ਦੇ ਵਿੱਚ ਆਇਆ ਕਰੇਗਾ। ਔਰ ਜਿਹੜੇ ਸਾਡੇ ਸਾਰੇ ਪੰਜਾਬ ਦੇ ਲੋਕ ਹੈ, ਚਾਹੇ ਜਿਹੜੀ ਮਰਜ਼ੀ ਬਰਾਦਰੀ ਦਾ, ਉਹਦਾ 300 ਯੂਨਿਟ ਬਿਜਲੀ ਦਾ ਬਿੱਲ ਅਸੀਂ ਮੁਫਤ ਕਰਨ ਜਾ ਰਹੇ ਹਾਂ। ਔਰ ਜਿਹੜੀ 300 ਤੋਂ ਵੱਧ ਯੂਨਿਟ ਬਾਲਣਗੇ ਉਹਦਾ 3 ਰੁਪਏ ਯੂਨਿਟ ਦੇ ਪਰ ਹਿਸਾਬ ਦੇ ਨਾਲ ਜਿਹੜਾ ਬਿਜਲੀ ਦਾ ਬਿੱਲ ਲਿਆ ਜਾਵੇਗਾ। ਔਰ ਇਸੇ ਤਰ੍ਹਾਂ ਇੱਕ ਜਿਹੜੀ ਸਾਡੇ ਬੱਚੇ ਗ੍ਰੈਜੂਏਟ ਆ, BA ਕਰਕੇ MA ਕਰਕੇ ਵਿਹਲੇ ਘੁੰਮਦੇ ਆ, ਉਹਨਾਂ ਨੂੰ 2 ਸਾਲ ਤੱਕ ਜਿਹੜਾ 4000 ਰੁਪਈਆ ਅਸੀਂ ਉਹਨਾਂ ਦੇ ਜਿਹੜੇ ਖਾਤਿਆਂ ਵਿੱਚ ਜਿਹੜਾ ਬੇਰੁਜ਼ਗਾਰੀ ਭੱਤਾ ਪਾਵਾਂਗੇ। ਔਰ ਇਸੇ ਤਰ੍ਹਾਂ ਜਿਹੜੇ ਸਾਡੇ ਲੜਕੀਆਂ ਹਨ ਜਿਹੜੀਆਂ ਪੋਸਟ ਮੈਟ੍ਰਿਕ ਜਿਹੜੀਆਂ ਤੋਂ ਬਾਅਦ ਜਿਹੜੀ ਵਿੱਦਿਆ ਪ੍ਰਾਪਤ ਕਰਨਗੀਆਂ, ਉਹਨਾਂ ਨੂੰ ਅਸੀਂ 1000 ਰੁਪਈਆ ਜਿਹੜਾ ਹਰ ਮਹੀਨੇ ਜਿਹੜਾ ਦਿਆਂਗੇ। ਔਰ ਜਿਹੜੇ ਸਾਡੇ ਗਰੀਬ ਲੋਕ ਹੈ ਜਿਨ੍ਹਾਂ ਨੂੰ ਆਪਣਾ ਰੋਟੀ ਦੀ ਸਮੱਸਿਆ ਹੈ, ਉਹਨਾਂ ਵਾਸਤੇ ਅਸੀਂ ਗੁਰੂ ਕਿਰਪਾ ਕੰਟੀਨਾਂ ਜਿਹੜੀਆਂ ਹਰ ਹਲਕੇ ਵਿੱਚ ਖੋਲ੍ਹਣ ਜਾ ਰਹੇ ਹਾਂ, ਹਰ ਪਿੰਡ ਦੇ ਵਿੱਚ ਖੋਲ੍ਹਣਗੀਆਂ, ਜਿੱਥੇ ਉਹ ਆਪਣੀ ਜਿਹੜੀ ਆ ਢਿੱਡ ਭਰ ਸਕਦੇ ਆ ਸਸਤਾ ਜਿਹੜੀ ਆ ਰੋਟੀ ਖਰੀਦ ਕੇ। ਤੋ ਇਸੇ ਤਰ੍ਹਾਂ ਜਿਹੜੀਆਂ ਹੋਰ ਵੀ ਸਹੂਲਤਾਂ ਜਿਹੜੀਆਂ ਸਾਡੇ ਇਲਾਕੇ ਦੇ ਅੰਦਰ, ਸਾਡੇ ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ, ਨੈਣਾ ਦੇਵੀ, ਖੁਰਾਲਗੜ੍ਹ ਗੁਰੂ ਰਵਿਦਾਸ ਜੀ ਦਾ ਸਥਾਨ ਹੈ। ਇਸੇ ਤਰ੍ਹਾਂ ਜਿਹੜਾ ਸਾਡੇ ਪੀਰ ਨਗਾਹਾ ਮੁਸਲਮਾਨ ਭਰਾਵਾਂ ਦੇ ਤੀਰਥ ਸਥਾਨ ਹੈ, ਬਾਬਾ ਬਾਲਕ ਨਾਥ ਜੀ ਦਾ ਜਿਹੜਾ ਰੋਡ ਜਾਂਦੀ ਹੈ ਉਹਨੂੰ 4 ਲੇਨ ਬਣਾਉਣਾ, ਕਿਉਂਕਿ ਖਾਲਸਾ ਪੰਥ ਦੀ ਜਿਹੜਾ ਜਨਮ ਸਥਾਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਹੈ। ਅਤੇ ਅਨੰਦਪੁਰ ਸਾਹਿਬ ਦੀ ਜਿਹੜੀ ਸੜਕ ਹੈ ਉੱਥੇ ਤੇ ਸਿੱਧਾ ਪੰਜਾਬ ਸਾਡਾ ਜਿਹੜਾ ਲੰਘ ਕੇ ਜਾਂਦਾ ਬੰਗਾ, ਗੜ੍ਹਸ਼ੰਕਰ, ਸ਼੍ਰੀ ਅਨੰਦਪੁਰ ਸਾਹਿਬ, ਉਹ ਇੰਨੀ ਖਰਾਬ ਹੈ ਕਿ ਲੋਕ ਜਾਣ ਨੂੰ ਤਿਆਰ ਨਹੀਂ। ਔਰ ਲੋਕ ਬੜੇ ਪਰੇਸ਼ਾਨ ਹੈ, ਲੋਕਾਂ ਦੀਆਂ ਗੱਡੀਆਂ ਵੀ ਟੁੱਟ ਰਹੀਆਂ ਔਰ ਜਿਹੜੇ ਆਪਣੀਆਂ ਸਿਹਤ ਵੀ ਖਰਾਬ ਹੋ ਰਹੀ ਹੈ, ਕਈਆਂ ਦੇ ਐਕਸੀਡੈਂਟ ਹੋ ਰਹੇ ਹੈ। ਔਰ ਮੈਂ ਇਹ ਵੀ ਚਾਹੁੰਦਾ ਕਿ ਸਾਡਾ ਜਿਹੜਾ ਰੇਲਵੇ ਲਿੰਕ ਹੈ, ਸਾਡਾ ਫਗਵਾੜਾ ਔਰ ਰਾਹੋਂ ਜਿਹੜਾ ਜੇਜੋਵਾਲੀ ਸਾਡੀ ਰੇਲਵੇ ਲਾਈਨ ਹੈ, ਇਹਦੇ ਕਨੈਕਟੀਵਿਟੀ ਜਿਹੜੀ ਹੈ ਦਿੱਲੀ ਦੀ ਨਾਲ ਹੋਣੀ ਚਾਹੀਦੀ ਹੈ। ਇੱਥੋਂ ਰਾਹੋਂ ਤੋਂ ਜਿਹੜਾ ਇਹ ਆਪਣਾ ਜਿਹੜਾ ਹੈ ਖੰਨੇ ਦੇ ਨਾਲ ਜੇ ਸਾਡਾ ਕਨੈਕਸ਼ਨ ਜੁੜਨਾ ਚਾਹੀਦਾ,
ਚੰਡੀਗੜ੍ਹ ਦੇ ਨਾਲ ਜੁੜਨਾ ਚਾਹੀਦਾ ਤਾਂ ਜੋ ਇੱਥੇ ਵੱਡੀ ਇੰਡਸਟਰੀਆਂ ਆਉਣ। ਕਿ ਇੰਡਸਟਰੀ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਦਾ ਸਮਾਨ ਢੋਆ ਢਵਾਈ ਵਾਸਤੇ ਉਹਨਾਂ ਨੂੰ ਰੇਲਵੇ ਦਾ ਲਿੰਕ ਚਾਹੀਦਾ। ਅਤੇ ਇਸ ਲਈ ਹੋਰ ਵੀ ਬੜੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਹਨ। ਅਤੇ ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਪਹਿਲਾਂ ਤਾਂ ਮੋਦੀ ਸਾਹਿਬ ਨੇ 6-6 ਹਜ਼ਾਰ ਰੁਪਈਆ ਜਿਹੜਾ ਉਹਨਾਂ ਦੇ ਖਾਤਿਆਂ ਵਿੱਚ ਹਰ ਸਾਲ ਦਾ ਪਾਇਆ ਜਾ ਰਿਹਾ, 500 ਰੁਪਈਆ। ਔਰ ਇਸੇ ਤਰ੍ਹਾਂ ਅਸੀਂ ਹੁਣ ਗਰੀਬ ਲੋਕ ਜਿਹੜੇ ਜਿਨ੍ਹਾਂ ਕੋਲ ਜ਼ਮੀਨ ਨਹੀਂ, ਗੈਰ ਕਾਸ਼ਤਕਾਰ ਹੈ, ਉਹਨਾਂ ਨੂੰ ਵੀ 6-6 ਹਜ਼ਾਰ ਰੁਪਈਆ ਦੇਣ ਦਾ ਫੈਸਲਾ ਕੀਤਾ। ਅਤੇ ਨਾਲ ਜਿਹੜਾ ਹੈ ਕਿਸਾਨ ਵੀਰਾਂ ਨੂੰ ਇਹ ਵੀ ਖੁਸ਼ਖਬਰੀ ਦੇਣੀ ਚਾਹੁੰਦਾ ਕਿ ਮੋਦੀ ਸਾਹਿਬ ਨੇ ਕਿਹਾ ਕਿ ਜਿਹੜੇ 5 ਏਕੜ ਤੋਂ ਘੱਟ ਵਾਲੇ ਜਿਹੜੀ ਖੇਤੀ ਕਰਨ ਵਾਲੇ ਕਿਸਾਨ ਹੈ ਉਹਨਾਂ ਦੇ ਸਾਰੇ ਕਰਜ਼ਾ ਇਹ ਅਸੀਂ ਮਾਫ ਕਰ ਦਿਆਂਗੇ ਅਗਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ 2022 ਦੇ ਅੰਦਰ ਤੁਸੀਂ ਪੰਜਾਬ ਦੇ ਕਿਸਾਨ ਗਰੀਬ ਮਿਲ ਕੇ ਸਾਰੇ ਅਸੀਂ ਵਪਾਰੀ ਬਣਾਉਂਦੇ ਹਾਂ ਅਤੇ ਜਿਹੜੇ ਹੈ ਕਿਸਾਨ ਵੀਰਾਂ ਦਾ 5 ਏਕੜ ਤੱਕ ਵਾਲਿਆਂ ਦਾ ਸਾਰਾ ਕਰਜ਼ਾ ਜਿਹੜਾ ਉਹ ਮਾਫ ਕਰ ਦਿੱਤਾ ਜਾਏਗਾ। ਇੱਥੋਂ ਤੱਕ ਨਹੀਂ, ਕਣਕ ਅਤੇ ਝੋਨੇ ਦੀ ਜਿਹੜੀ ਹੈ MSP ਜਿਹੜੀ ਮਿਲਦੀ ਹੈ ਸਾਨੂੰ ਕੀਮਤ, ਉਹਦੇ ਨਾਲ ਫਲਾਂ ਦੀ, ਸਬਜ਼ੀਆਂ ਦੀ, ਤੇਲ ਬੀਜਾਂ ਦੇ ਉੱਤੇ ਵੀ ਸਬਸਿਡੀ ਜਿਹੜਾ ਹੈ ਉਹ ਵੀ MSP ਦਿੱਤੀ ਜਾਏਗੀ। ਇਹ ਵਿਸ਼ਵਾਸ ਜਿਹੜਾ ਮੋਦੀ ਸਾਹਿਬ ਜਿਹੜੇ ਦਵਾ ਰਹੇ ਆ। ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਭਲੇ ਵਾਸਤੇ ਉਹਨਾਂ ਨੇ ਸੋਚੀਆਂ ਹੋਈਆਂ ਕਰ ਰਹੇ ਹੈ। ਅਤੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਮੋਦੀ ਸਾਹਿਬ ਨਾਲ ਹੱਥ ਮਿਲਾਈਏ, ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਔਰ ਬੰਗਾ ਹਲਕੇ ਦਾ ਜਿਹੜਾ ਹੈ ਵੱਧ ਤੋਂ ਵੱਧ ਵਿਕਾਸ ਕਰਾਈਏ। ਚੌਹਾਨ ਸਾਹਿਬ, ਜਿਵੇਂ ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਮੋਦੀ ਸਾਹਿਬ ਦਾ ਅੱਜ ਅਤੇ ਕੱਲ੍ਹ ਜਿਹੜਾ 2 ਦਿਨ ਦਾ ਪੰਜਾਬ ਦਾ ਦੌਰਾ ਵੀ ਆ, ਲੱਗਦਾ ਕਿ ਅੱਜ ਜਿਹੜਾ ਮੋਦੀ ਸਾਹਿਬ ਜਾਂ ਕੱਲ੍ਹ ਆਉਣਗੇ ਅਤੇ ਪੰਜਾਬ ਦੇ ਲਈ ਕੋਈ ਹੋਰ ਤੋਹਫੇ ਵੀ ਜਾਂ ਹੋਰ ਗਿਫਟ ਜਿਹੜਾ ਲੋਕਾਂ ਲਈ ਕੋਈ ਪੈਕੇਜ ਵੀ ਆ ਸਕਦਾ ਹੈ? ਬੱਤੂ ਸਾਹਿਬ, ਜਦੋਂ ਵੀ ਸਾਡੇ ਘਰ ਪ੍ਰਾਹੁਣਾ ਕੋਈ ਆਉਂਦਾ ਆ, ਸਾਡੇ ਇਹੀ ਹੁੰਦਾ ਕਿ ਸਾਡੇ ਜਿਹੜੇ ਘਰ ਵਾਸਤੇ ਕੀ ਲੈ ਕੇ ਆਇਆ। ਅਤੇ ਜਿਹੜੇ MLA MP ਬਣਾਉਂਦੇ ਆ ਜਾਂ ਮਿਨਿਸਟਰ ਬਣਾਉਂਦੇ, ਪ੍ਰਧਾਨ ਮੰਤਰੀ ਬਣਾਉਂਦੇ ਆ, ਉਹ ਕੋਈ ਦਰਸ਼ਨ ਕਰਨ ਵਾਸਤੇ ਨਹੀਂ ਬੁਲਾਉਂਦੇ। ਅਤੇ ਅਸੀਂ ਉਹਨਾਂ ਤੋਂ ਇਹੀ ਆਸ ਰੱਖਦੇ ਹਾਂ ਕਿ ਜਦੋਂ ਸਾਡੇ ਪ੍ਰਦੇਸ਼ ਵਿੱਚ ਆਉਂਦੇ ਆ ਜਾਂ ਸਾਡੇ ਜ਼ਿਲ੍ਹੇ 'ਚ ਜਾਂ ਹਲਕੇ 'ਚ ਆਉਂਦੇ ਆ ਕਿ ਸਾਡੀ ਜਿਹੜੀ ਹੈ ਤਰੱਕੀ ਅਤੇ ਵਿਕਾਸ ਲਈ ਕੁਝ ਨਾ ਕੁਝ ਲੈ ਕੇ ਆਉਣ। ਮੈਨੂੰ ਬਹੁਤ ਆਸਾਂ ਅਤੇ ਉਮੀਦਾਂ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਤੋਂ ਕਿ ਉਹ ਪਹਿਲਾਂ ਵੀ ਜਦੋਂ ਆਏ ਸੀ ਉਹਨਾਂ ਦਾ ਕਾਂਗਰਸ ਸਰਕਾਰ ਨੇ ਕੁਝ ਕਿਸਾਨਾਂ ਨਾਲ ਮਿਲ ਕੇ ਰਾਹ ਰੋਕਿਆ ਪੰਜਾਬ ਦੀ ਤਰੱਕੀ ਦਾ। ਮੋਦੀ ਸਾਹਿਬ ਦਾ ਰਾਹ ਨਹੀਂ ਰੁਕਿਆ, ਉਹ ਸਾਡੇ ਪੰਜਾਬ ਦੇ ਤਰੱਕੀ ਅਤੇ ਖੁਸ਼ਹਾਲੀ ਦਾ ਰਾਹ ਰੋਕਿਆ ਗਿਆ ਸੀ। ਔਰ ਉਹ ਹੁਣ ਦੁਬਾਰਾ ਮੋਦੀ ਸਾਹਿਬ ਆ ਰਹੇ ਆ ਅਤੇ ਪੰਜਾਬ ਨੂੰ ਵੱਡਾ ਪੈਕੇਜ ਦੇ ਕੇ ਜਾਣਗੇ। ਅਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਆਂਗਨਵਾੜੀ 'ਚ ਕੰਮ ਕਰਦੀਆਂ ਸੀ ਬੜੇ ਲੰਬੇ ਸਮੇਂ ਤੋਂ, ਉਹਨਾਂ ਦੀ ਮੰਗ ਸੀ ਕਿ ਸਾਨੂੰ ਪੱਕਿਆ ਕੀਤਾ ਜਾਵੇ। ਉਹ ਵੀ ਜਿਹੜਾ ਹੈ ਮੋਦੀ ਸਾਹਿਬ ਮੇਰਾ ਖਿਆਲ ਐਲਾਨ ਕਰਨਗੇ। ਕੱਲ੍ਹ ਚੋਣ ਜਿਹੜਾ ਸਾਡਾ ਚੋਣ ਮੈਨੀਫੈਸਟੋ ਹੈ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਅਗਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਸਰਕਾਰ ਬਣਾਉਂਦੇ ਹੈ ਅਤੇ ਜਿਹੜੀਆਂ ਭੈਣਾਂ ਸਾਡੀਆਂ ਆਂਗਨਵਾੜੀ ਵਾਲੀਆਂ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਤੌਰ 'ਤੇ ਪੱਕੇ ਤੌਰ 'ਤੇ ਜਿਹੜਾ ਮੁਲਾਜ਼ਮ ਭਰਤੀ ਹੋਣਗੇ ਔਰ ਉਹਨਾਂ ਨੂੰ 10,000 ਰੁਪਈਆ ਜਿਹੜਾ ਹਰ ਮਹੀਨੇ ਤਨਖਾਹ ਵੀ ਮਿਲੇਗੀ। ਸਾਡੀਆਂ ਆਸ਼ਾ ਵਰਕਰਾਂ ਭੈਣਾਂ ਜਿਨ੍ਹਾਂ ਨੂੰ ਕੋਈ ਪੈਸਾ ਵੀ ਜਿਹੜਾ ਹੈ ਉਹ ਕਾਂਗਰਸ ਸਰਕਾਰ ਨੇ ਨਹੀਂ ਦਿੱਤਾ ਜਦੋਂ ਦੀ ਇਹਨਾਂ ਨੂੰ ਰੱਖਿਆ, ਅਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ 6,000 ਰੁਪਈਆ ਜਿਹੜਾ ਮਾਣ ਭੱਤਾ ਇਹਨਾਂ ਨੂੰ ਦਿਆਂਗੇ ਔਰ ਜਿਹਦੇ ਨਾਲ ਇਹ ਆਪਣਾ ਜਿਹੜਾ ਘਰ-ਬਾਰ 'ਚ ਜਿਹੜਾ ਵਧੀਆ ਢੰਗ ਨਾਲ ਚਲਾ ਸਕਦੀਆਂ। ਅਤੇ ਇਸੇ ਤਰ੍ਹਾਂ ਜਿਹੜੇ ਸਾਡੇ ਲੋਕ ਸਭਾ ਦੇ ਹਲਕੇ ਹੈ, 13 ਹਲਕਿਆਂ ਦੇ ਵਿੱਚ 13 ਜਿਹੜੇ ਨਵੇਂ ਜਿਹੜੇ ਆ ਮੈਡੀਕਲ ਕਾਲਜ ਔਰ ਨਰਸਿੰਗ ਕਾਲਜ ਜਿਹੜੇ ਉੱਥੇ ਖੋਲ੍ਹੇ ਜਾਣਗੇ, ਜਿੱਥੇ ਸਾਡੇ ਜਿਹੜੀ ਹੈ 500 ਬੈੱਡ ਹੋਏਗਾ ਉਹਨਾਂ ਹਸਪਤਾਲਾਂ ਦੇ ਅੰਦਰ, ਕਾਲਜਾਂ ਦੇ ਅੰਦਰ, ਹਸਪਤਾਲਾਂ ਦੇ ਅੰਦਰ, ਜਿੱਥੇ ਸਾਡਾ ਸਸਤਾ ਇਲਾਜ ਹੋਏਗਾ। ਸਸਤੇ ਇਲਾਜ ਦੀਆਂ ਦਵਾਈਆਂ ਦੀਆਂ ਦੁਕਾਨਾਂ ਵੀ ਜਿਹੜੀਆਂ ਹਰ ਹਲਕੇ ਵਿੱਚ ਖੋਲ੍ਹੀਆਂ ਜਾਣਗੀਆਂ। ਜਿਹੜੇ ਸਾਡੇ ਬੱਚੇ ਬੇਰੁਜ਼ਗਾਰ ਹੈ ਉਹਨਾਂ ਨੂੰ ਜਿਹੜਾ ਹੈ 150 ਦਿਨ ਦਾ, ਮਹੀਨੇ ਦਾ, ਸਾਲ ਦੀ ਜਿਹੜੀ ਹੈ 150 ਦਿਨ ਸਾਲ ਦਾ ਉਹਨਾਂ ਨੂੰ ਕੰਮ ਦੀ ਰੁਜ਼ਗਾਰ ਦੀ ਗਰੰਟੀ ਜਿਹੜੀ ਹੈ ਉਹ ਵੀ ਮੋਦੀ ਸਾਹਿਬ ਨੇ ਦਿੱਤੀ ਹੈ। ਔਰ ਜਿਹੜੇ ਸਾਡੇ SC BC ਹੋਰ ਬੈਕਵਰਡ ਕਲਾਸ ਦੇ ਜਿਹੜੇ ਹੈ ਸ਼ਡਿਊਲ ਟਰਾਈਬ ਦੇ ਬੱਚੇ ਹੈ ਜਿਹੜੇ ਡਿਗਰੀਆਂ ਕਰਕੇ IAS PCS ਜਾਂ ਬੈਂਕਿੰਗ ਦੀ ਹੋਰ ਜਿਹੜੇ ਆ ਉਹ ਆਪਣਾ ਕੋਰਸ ਆਪਣੀ ਨੌਕਰੀ ਵਾਸਤੇ ਜਿਹੜਾ ਟੈਸਟ ਹੁੰਦਾ ਉਹਦੇ ਵਾਸਤੇ ਜਿਹੜੀ ਹੈ ਉਹਨਾਂ ਦੇ ਵਾਸਤੇ ਇੱਥੇ ਕੋਚਿੰਗ ਸੈਂਟਰ ਮੁਫਤ ਖੋਲ੍ਹੇ ਜਾਣਗੇ। ਜਦੋਂ ਬੱਚੇ ਪੜ੍ਹ ਲਿਖ ਕੇ ਆਪਣਾ ਨੌਕਰੀਆਂ ਲਈ ਅਪਲਾਈ ਕਰਦੇ ਉਹਨਾਂ ਨੂੰ ਫਿਰ ਜਿਹੜਾ ਆਪਣਾ ਉਹ ਫਾਰਮ ਭਰਨ ਲਈ ਵੀ 500 1000 ਰੁਪਈਆ ਫੀਸ ਦੇਣੀ ਪੈਂਦੀ ਹੈ। ਜਿੰਨੇ ਵੀ ਫਾਰਮ ਜਿਹੜੇ ਆ ਅਗਰ 2022 'ਚ ਤੁਸੀਂ 20 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਏਗੇ, ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਕੋਲ ਇੱਕ ਪੈਸਾ ਵੀ ਅਪਲਾਈ ਕਰਦਾ ਨਹੀਂ ਲਿਆ ਜਾਏਗਾ, ਤੁਹਾਨੂੰ ਜਿਹੜਾ ਮੁਫਤ ਜਿਹੜੀ ਇਹ ਸੇਵਾਵਾਂ ਮੁਹੱਈਆ ਕਰਾਈਆਂ ਜਾਣਗੀਆਂ। ਅਤੇ ਮੋਦੀ ਸਾਹਿਬ ਤੋਂ ਮੈਂ ਆਸ ਕਰਦਾ ਕਿ ਉਹ ਹੋਰ ਵੀ ਬਹੁਤ ਵੱਡੇ ਐਲਾਨ ਜਿਹੜੇ ਆ ਉਹ ਪੰਜਾਬ ਨੂੰ ਦੇ ਕੇ ਜਾਣਗੇ, ਕਿਉਂਕਿ ਇਹ ਚੋਣ ਮੁਹਿੰਮ ਦਾ ਸਮਾਂ, ਚੋਣ
ਐਲਾਨ ਜਿਹੜੇ ਆ ਉਹ ਵਾਅਦੇ ਕੀਤੇ ਜਾ ਸਕਦੇ ਆ, ਦਿੱਤਾ ਜਿਹੜਾ ਨਹੀਂ ਜਾ ਸਕਦਾ। ਤੇ ਇਸ ਕਰਕੇ ਮੋਦੀ ਸਾਹਿਬ ਦੇਣਾ ਵੀ ਚਾਹੁੰਦੇ ਆ, ਦਿੱਤਾ ਵੀ ਆ ਉਹਨਾਂ ਨੇ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ, ਇਹ ਸੁਨਹਿਰੀ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਨਾਲ ਹੱਥ ਮਿਲਾਉਣਾ ਚਾਹੀਦਾ, ਕਿਉਂਕਿ ਕੇਂਦਰ ਦੀ ਪੰਜਾਬ 'ਚ ਇੱਕੋ ਹੀ ਸਰਕਾਰ ਹੋਵੇ ਤੇ ਫਿਰ ਜਿਹੜੀਆਂ ਤਰੱਕੀ ਤੇ ਇੱਥੇ ਜ਼ਿਆਦਾ ਖੁਸ਼ਹਾਲੀ ਆ ਸਕਦੀ ਹੈ। ਚੌਧਰੀ ਸਾਹਿਬ, ਇੱਕ ਹੋਰ ਗੱਲ ਹੈ, ਜਿਵੇਂ ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ, ਪੰਜਾਬ ਦੇ ਅੰਦਰ ਜਿਹੜਾ ਤੁਸੀਂ ਵਿਕਾਸ ਦੀ ਗੱਲ ਮੁੱਦੇ ਨਾਲ ਕੀਤੀ ਹੈ, ਪਿਛਲੇ 2 ਸਾਲਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਮੋਦੀ ਸਾਹਿਬ ਦੇ ਭਾਜਪਾ ਦਾ ਔਰ ਕਿਸਾਨਾਂ ਦੇ ਵਿੱਚ ਇੱਕ ਬੜਾ ਰੇਡ ਕਰ ਰਿਹਾ ਹੈ। ਕਿਸਾਨੀ ਮੁੱਦਿਆਂ ਨੂੰ ਲੈ ਕੇ ਭਾਜਪਾ ਦਾ ਕਹਿ ਸਕਦੇ ਕਾਫੀ ਅਕਸ਼ ਜਿਹੜਾ ਖਰਾਬ ਰਿਹਾ, ਖਾਸ ਤੌਰ ਪੰਜਾਬ ਦੇ ਵਿੱਚ। ਲੱਗਦਾ ਵੀ ਹੁਣ ਜਦੋਂ ਹੁਣ ਰੇਡਕਾ ਖਤਮ ਹੋ ਚੁੱਕਾ, ਅੰਦੋਲਨ ਖਤਮ ਹੋ ਚੁੱਕਾ ਆ, ਤੇ ਲੱਗਦਾ ਵੀ ਹੁਣ ਕਿਸਾਨ ਜਿਹੜੇ ਆ ਭਾਜਪਾ ਦੇ ਨਾਲ ਤੁਰ ਰਹੇ। ਤੁਸੀਂ ਹੁਣ ਪਿੰਡਾਂ ਵਿੱਚ ਜਾ ਰਹੇ ਹੋ ਤਾਂ ਕਿੱਦਾਂ ਦਾ ਸਮਰਥਨ ਜਿਹੜੇ ਕਿਸਾਨ ਤੁਹਾਨੂੰ ਦੇ ਰਹੇ ਆ? ਸੱਤੂ ਸਾਹਿਬ, ਮੋਦੀ ਸਾਹਿਬ ਨੇ ਖੇਤੀਬਾੜੀ ਦੇ ਕਾਨੂੰਨ ਬਣਾਏ ਸੀ, ਲੇਕਿਨ ਕਿਸਾਨਾਂ ਨੂੰ ਉਹ ਚੰਗੇ ਨਹੀਂ ਲੱਗੇ। ਉਹਨਾਂ ਨੂੰ ਲੱਗਾ ਕਿ ਇਹ ਸਾਡੇ ਵਿਰੋਧੀ ਹੈ, ਤੇ ਮੋਦੀ ਸਾਹਿਬ ਨੇ ਦੋਨੇ ਹੱਥ ਜੋੜ ਕੇ ਜਿਹੜੀ ਹੈ ਉਹ ਕਾਨੂੰਨ ਵਾਪਸ ਲਏ ਆ ਔਰ ਕਿਸਾਨ ਭਰਾਵਾਂ ਤੋਂ ਮਾफ़ੀ ਮੰਗੀ ਆ ਕਿ ਸਾਡੇ ਕਾਨੂੰਨ ਬਣਨ ਨਾਲ ਜੇ ਤੁਹਾਨੂੰ ਕੋਈ ਅਸੁਵਿਧਾ ਹੋਈ ਆ, ਦੁੱਖ ਹੋਇਆ, ਕਸ਼ਟ ਹੋਇਆ, ਤੇ ਫਿਰ ਜਿਹੜਾ ਮੈਂ ਮਾफ़ੀ ਮੰਗਦਾ, ਤੁਸੀਂ ਆਪਣੇ ਘਰਾਂ ਨੂੰ ਜਾਓ। ਔਰ ਕਿਸਾਨ ਵੀਰਾਂ ਨੇ ਉਸ ਗੱਲ ਦਾ ਵੈਲਕਮ ਕੀਤਾ। ਔਰ ਜਿਹੜਾ ਕਿਸਾਨ ਵੀਰ ਹੈ ਉੱਥੋਂ ਜਦੋਂ ਦਿੱਲੀ ਤੋਂ ਆਏ ਆ, ਉਹਨਾਂ ਨੇ ਖੁਸ਼ੀ ਮਨਾਈ ਆ, ਭੰਗੜੇ ਪਾਏ, ਗਿੱਧੇ ਪਾਏ ਔਰ ਜਹਾਜ਼ਾਂ ਦੇ ਵਿੱਚ ਫੁੱਲ ਵਰਖਾ ਕਰਵਾ ਕੇ ਘਰਾਂ ਨੂੰ ਵਾਪਸ ਆਏ ਆ। ਔਰ ਉੱਥੇ ਜਿਹੜੇ ਕੁਝ ਲੋਕ ਕਿਸਾਨਾਂ ਸਾਡੇ ਵੀਰਾਂ ਦੀ ਸ਼ਹਾਦਤ ਹੋਈ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿ ਜਦੋਂ ਸੰਘਰਸ਼ ਹੁੰਦਾ ਉਹਦੇ ਵਿੱਚ ਜਿਹੜੀ ਹੈ ਫਿਰ ਉਹਦਾ ਕੁਝ ਮੁੱਲ ਵੀ ਦੇਣਾ ਪੈਂਦਾ। ਲੇਕਿਨ ਬੇਨਤੀ ਇਹ ਹੈ ਕਿ ਜਦੋਂ ਮੋਦੀ ਸਾਹਿਬ ਨੇ ਹੁਣ ਮਾफ़ੀ ਮੰਗ ਲਈ ਹੈ ਸਾਰੀਆਂ ਗੱਲਾਂ ਵਾਸਤੇ, ਤੇ ਫਿਰ ਸਾਨੂੰ ਜਿਹੜਾ ਆ ਆਪਣੇ ਬੱਚਿਆਂ ਦੇ ਵਿੱਚ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਪ੍ਰਤੀ। ਫਿਰ ਉਹਨਾਂ ਦੇ ਨਾਲ ਜਿਹੜਾ ਹੱਥ ਮਿਲਾਉਣਾ ਚਾਹੀਦਾ, ਕਿਉਂਕਿ ਅਸੀਂ ਪਰਿਵਾਰ 'ਚ ਵੀ ਰਹਿੰਦੇ ਹਾਂ, ਬੱਚੇ ਸਾਤੋਂ ਬਹੁਤ ਡਿਮਾਂਡਾਂ ਕਰਦੇ, ਹਰ ਇੱਕ ਦੀ ਅਸੀਂ ਡਿਮਾਂਡ ਬੱਚੇ ਦੀ ਪੂਰੀ ਨਹੀਂ ਕਰ ਸਕਦੇ। ਲੇਕਿਨ ਜੇ ਅਸੀਂ ਗੱਲੇ ਹੀ ਹਜੇ ਕੀਤੀ ਹੈ ਤੇ ਅਸੀਂ ਨੁਕਸਾਨ ਕੋਈ ਕੀਤਾ ਨਹੀਂ ਕਿਸੇ ਕਿਸਾਨ ਦਾ, ਉਹਦੇ ਨਾਲ ਨੁਕਸਾਨ ਨਹੀਂ ਕੀਤਾ। ਤੇ ਹੁਣ ਮੋਦੀ ਸਾਹਿਬ ਦੇ ਨਾਲ ਇਹਨੂੰ ਗੁੱਸਾ ਨਾਰਾਜ਼ਗੀ ਨਹੀਂ ਰੱਖਣੀ ਚਾਹੀਦੀ ਕਿ ਅਸੀਂ ਉਹਨਾਂ ਕੋਲੋਂ ਹੀ ਲੈਣਾ ਆ। ਮੋਦੀ ਸਾਹਿਬ 6-6 ਹਜ਼ਾਰ ਰੁਪਈਆ ਤੁਹਾਡੇ ਖਾਤਿਆਂ 'ਚ ਪਾ ਰਿਹਾ ਕਿਸਾਨ ਵੀਰਾਂ ਦੇ। ਅੱਜ ਤੱਕ ਭਾਵੇਂ ਅਕਾਲੀ ਸਰਕਾਰ ਰਹੀ ਹੈ, ਜਿਹਨੂੰ ਕਿਸਾਨਾਂ ਦੀ, ਜੱਟਾਂ ਦੀ ਜਿਹੜੀ ਸਰਕਾਰ ਕਹਿੰਦੇ ਸੀ, ਉਹਨਾਂ ਨੇ 1 ਰੁਪਈਆ ਨਹੀਂ ਕਦੀ ਕਿਸੇ ਕਿਸਾਨ ਦੇ ਖਾਤੇ 'ਚ ਦਿੱਤਾ। ਕਾਂਗਰਸ ਨੇ ਇੰਨਾ ਲੰਮਾ ਸਮਾਂ ਰਾਜ ਕੀਤਾ, ਉਹਨਾਂ ਨੇ 1 ਰੁਪਈਆ ਨਹੀਂ ਕਦੀ ਕਿਸਾਨ ਨੂੰ ਦਿੱਤਾ। ਤੇ ਬਹੁਤ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਕਿ ਬੰਗਾ ਹਲਕੇ ਦੇ ਅੰਦਰ ਜਿਹੜੇ ਸਾਡੇ ਗਰੀਬ ਕਿਸਾਨ ਹਨ, ਛੋਟੇ ਕਿਸਾਨ ਹੈ, ਜਿਹੜੇ ਇਹ ਸਮਝਦੇ ਆ ਕਿ ਮੋਦੀ ਸਾਹਿਬ ਨੇ ਸਾਡੇ ਲਈ ਬੜੇ ਫਾਇਦੇ ਦੀ ਗੱਲ ਕੀਤੀ ਹੈ। ਤੇ ਉਹ ਕਿਸਾਨ ਮੈਨੂੰ ਖੁਦ ਜਿਹੜੇ ਹੈ ਬਹੁਤ ਭਰਵਾਂ ਹੰਗਾਰਾ ਦੇ ਰਹੇ ਆ ਕਿ ਉਹਨੂੰ ਸਾਨੂੰ ਕਹਿ ਰਿਹਾ ਕਿ ਅਸੀਂ ਵੋਟਾਂ ਜਿਹੜੀਆਂ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਮੋਹਨ ਲਾਲ ਜੀ ਤੁਹਾਨੂੰ ਜਿਤਾ ਕੇ ਇੱਥੋਂ ਭੇਜਣਾ, ਕਿਉਂਕਿ ਅਸੀਂ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਾਂ। ਹੁਣ ਤਾਂ ਮੋਦੀ ਸਾਹਿਬ ਨੇ ਹੋਰ ਕਿਸਾਨਾਂ ਦੀ ਵਾਸਤੇ ਵੱਡਾ ਕੰਮ ਕਰਤਾ ਕਿ 5 ਏਕੜ ਤੋਂ ਘੱਟ ਵਾਲੇ ਦਾ ਜਿਹੜਾ ਸਾਰਾ ਹੀ ਕਰਜ਼ਾ ਮਾਫ਼ ਕਰਨ ਦੀ ਗੱਲ ਕਰਤੀ, ਚਾਹੇ 2 ਲੱਖ ਹੈ, 4-5 ਲੱਖ ਹੈ। ਇਹ ਤਾਂ ਲਿਮਟ ਵੀ ਨਹੀਂ ਰੱਖੀ ਵੀ ਅਸੀਂ 2 ਲੱਖ ਤੱਕ ਕਰਨਾ ਜਾਂ ਲੱਖ ਤੱਕ ਕਰਨਾ। ਤੇ ਇਹ ਤੋਂ ਵੱਡਾ ਹੋਰ ਫੈਸਲਾ ਕੀ ਹੋ ਸਕਦਾ? ਮੈਂ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਕਿ ਗੁੰਮਰਾਹ ਨਾ ਹੋਵੋ। ਤੁਹਾਡੇ ਵਾਸਤੇ ਮੋਦੀ ਸਾਹਿਬ ਨੇ ਦਿਲ ਖੋਲ੍ਹ ਕੇ ਜਿਹੜਾ ਹੈ ਉਹ ਕੰਮ ਤੁਹਾਡੀ ਤਰੱਕੀ ਵਾਸਤੇ ਕੀਤਾ ਤੇ ਕਰਨਾ। ਤੇ ਮੈਂ ਇਹ ਵੀ ਬੇਨਤੀ ਕਰਦਾ ਕਿ 1984 'ਚ ਕਤਲੇਆਮ ਕਾਂਗਰਸ ਪਾਰਟੀ ਦੀ, ਇੰਦਰਾ ਗਾਂਧੀ ਜੀ ਦੀ ਜਿਹੜੀ ਹੈ ਉਹ ਡੈਥ ਤੋਂ ਬਾਅਦ ਹੋਇਆ, ਸਿੱਖਾਂ ਦੇ ਨਾਲ ਕਾਂਗਰਸ ਪਾਰਟੀ ਨੇ ਜੋ ਕੀਤਾ, ਦਿੱਲੀ ਦੇ ਅੰਦਰ ਹੋਰ ਸਟੇਟਾਂ ਦੇ ਵਿੱਚ ਗਲਾਂ 'ਚ ਟਾਇਰ ਪਾ ਕੇ ਸਟੋਪਾਂ 'ਤੇ ਬੱਚਿਆਂ ਨੂੰ ਲਟਕਾ ਕੇ ਅੱਗਾਂ ਲਾ ਕੇ ਮਾਰਿਆ, ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ, ਅੱਜ ਤੱਕ ਕਿਸੇ ਨੇ ਮਾफ़ੀ ਨਹੀਂ ਮੰਗੀ। ਔਰ ਜਿਹੜੇ ਰਾਹੁਲ ਗਾਂਧੀ ਜੀ ਆਏ, ਨਾ ਉਹ ਪ੍ਰਸ਼ਾਦ ਲੈਂਦੇ ਆ, ਨਾ ਉਹਨਾਂ ਨੂੰ ਲੰਗਰ ਛਕਦੇ ਆ, ਮੂੰਹ 'ਤੇ ਮਾਸਕ ਬੰਨ੍ਹ ਕੇ। ਉਹ ਕਿੱਦਾਂ ਲੋਕਾਂ ਦਾ ਮਜ਼ਾਕ ਉਡਾ ਰਹੇ ਸਾਡੇ ਸਿੱਖ ਕੌਮ ਦਾ, ਸਾਡੇ ਗੁਰੂ ਦੇ ਲੰਗਰ ਦਾ। ਔਰ ਇੱਕ ਪਾਸੇ ਨਰਿੰਦਰ ਮੋਦੀ ਹੈ ਜਿਨ੍ਹਾਂ ਨੇ ਗੁਰੂ ਦੇ ਲੰਗਰ ਤੋਂ, ਦਰਬਾਰ ਸਾਹਿਬ ਜੀ ਤੇ ਸਾਰੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦਾ ਲੰਗਰ ਹੈ ਉਹ ਤੋਂ ਜਿਹੜਾ ਹੈ ਟੈਕਸ ਮੁਕਤ ਉਹਨੂੰ ਕੀਤਾ। ਸਾਡਾ ਜਿਹੜਾ ਸ਼੍ਰੀ ਕਰਤਾਰਪੁਰ, ਸਾਡਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿੱਥੇ ਕਿਰਤ ਕੀਤੀ, ਉਹਨਾਂ ਨੇ ਹਲ ਵਾਹਿਆ, ਉਸ ਸਥਾਨ ਦਾ ਜਿਹੜਾ ਲਾਂਘਾ ਖਲਵਾਇਆ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜੇ 1984 ਦੇ ਅੰਦਰ 35 ਸਾਲ ਜਿਹੜੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਜਿਹੜੇ ਕਤਲੇਆਮ ਹੋ ਗਿਆ ਸੀ ਹਜ਼ਾਰਾਂ ਸਿੱਖਾਂ ਦਾ, ਉਹ 35 ਸਾਲਾਂ ਤੱਕ ਕਾਂਗਰਸ ਨੇ ਉਹ ਫਾਈਲਾਂ ਬੰਦ ਕਰਕੇ ਰੱਖਤੀਆਂ ਸੀ, ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਉਹ ਵੀ ਮੋਦੀ ਸਾਹਿਬ ਨੇ ਫਾਈਲਾਂ ਜਿਹੜੀਆਂ ਖੁਲਵਾ ਕੇ ਵਕੀਲਾਂ ਦੇ ਰਾਹੀਂ ਦੁਬਾਰਾ ਉਹਨਾਂ ਨੂੰ ਅਫਸਰਾਂ ਤੋਂ ਜਾਂਚ ਕਰਵਾਈ। ਔਰ ਸੱਜਣ ਕੁਮਾਰ ਤੇ ਉਹਦੇ ਸਾਥੀ ਔਰ ਹੋਰ ਬਹੁਤ ਸਾਰੇ ਲੋਕਾਂ ਨੂੰ ਸਜ਼ਾਵਾਂ ਦੇ ਕੇ ਜੇਲ੍ਹਾਂ ਦੇ ਵਿੱਚ ਭੇਜਿਆ। ਜਿਹੜੇ ਬੱਚੇ ਇੱਥੋਂ ਅੱਤਵਾਦ ਦੇ ਪੁਲਿਸ ਤੰਗ ਕਰਦੀ ਸੀ ਕਿ ਆਤੰਕਵਾਦੀ ਜਾਂ ਕਿਸੇ ਦੇ ਘਰ ਰੋਟੀ ਖਾ ਜਾਂਦੇ ਸੀ ਆ ਕੇ, ਔਰ ਜਾਂ ਬਲੈਕ ਕੈਟ ਇਹਨਾਂ ਨੇ ਆਪੇ ਛੱਡੇ ਹੋਏ ਸੀ ਪੁਲਿਸ ਨੇ, ਉਹ ਵਿਚਾਰੇ ਡਰਦੇ ਮਾਰੇ ਆਪਣੀ ਜਾਨ ਬਚਾ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਹੋਰ
ਜਿਹੜੀਆਂ ਕੰਟਰੀਆਂ ਉਹਨਾਂ ਦੇ ਵਿੱਚ ਚਲੇ ਗਏ ਸੀ। ਕਾਂਗਰਸ ਨੇ ਉਹਨਾਂ ਦੀ ਇੱਕ ਲਿਸਟ ਬਣਾਤੀ ਸੀ ਜਿਹਨੂੰ ਕਾਲੀ ਸੂਚੀ ਕਿਹਾ ਜਾਂਦਾ। ਉਹ 20-25 ਸਾਲ ਹੋ ਗਏ ਸੀ, ਉਹ ਆਪਣੇ ਘਰਾਂ ਨੂੰ ਨਹੀਂ ਸੀ ਆ ਸਕਦੇ, ਉਹ ਵੀ ਮੋਦੀ ਸਾਹਿਬ ਨੇ ਖਤਮ ਕੀਤੀ ਹੈ। ਅੱਜ ਉਹ ਸਾਡੇ ਵੀਰ ਜਿਹੜੇ ਹੈ ਉਹ ਆਪਣੇ ਘਰਾਂ ਨੂੰ ਆ ਕੇ ਆਪਣੇ ਮਾਪਿਆਂ ਨੂੰ ਮਿਲੇ, ਆਪਣੇ ਭੈਣ ਭਰਾਵਾਂ ਨੂੰ ਮਿਲ ਰਹੇ ਹੈ। ਔਰ ਹੁਣ ਉਹਨਾਂ ਨੇ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬੱਚੇ ਹੈ, ਜਿਹੜੇ ਸਾਹਿਬਜ਼ਾਦੇ ਸਾਡੇ ਸਤਿਕਾਰਯੋਗ ਜਿਹੜੇ, ਉਹਨਾਂ ਦੇ ਬਾਲ ਵੀਰ ਦਿਵਸ 26 ਦਸੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ, ਜਿਹਦੇ ਨਾਲ ਸਕੂਲਾਂ 'ਚ ਪੜ੍ਹਾਈ ਹੋਏਗੀ। ਇਕੱਲੀ ਪੰਜਾਬ 'ਚ ਨਹੀਂ ਹੋਏਗੀ, ਸਾਰੇ ਭਾਰਤ ਵਿੱਚ ਹੋਏਗੀ। ਉਹਨਾਂ ਦੇ ਬਾਰੇ ਜਾਣਕਾਰੀ ਮਿਲੇਗੀ ਕਿ ਉਹਨਾਂ ਨੇ ਧਰਮ ਤੋਂ ਔਰ ਦੇਸ਼ ਤੋਂ ਕਿਸ ਤਰ੍ਹਾਂ ਆਪਣੀ ਜਿਹੜੀ ਹੈ ਬਲੀਦਾਨ ਦਿੱਤਾ। ਜਿਹੜੇ ਕਾਂਗਰਸ ਪਾਰਟੀ ਨੇ ਤਾਂ ਚਾਚਾ ਨਹਿਰੂ ਬਣਨ ਦੇ ਨਾਂ 'ਤੇ ਹੀ ਬਾਲ ਦਿਵਸ ਰੱਖ ਦਿੱਤਾ ਸੀ, ਨਾ ਉਹਨਾਂ ਨੇ ਕੁਛ ਬੱਚਿਆਂ ਲਈ ਕੀਤਾ, ਨਾ ਬੱਚਿਆਂ ਦੇ ਬਾਰੇ ਉਹਨਾਂ ਦਾ ਕੋਈ ਕੰਮ ਸੀ। ਅਤੇ ਇਸ ਕਰਕੇ ਅੱਜ ਮੋਦੀ ਸਾਹਿਬ ਨੇ ਸਤਿਕਾਰ ਦਿੱਤਾ ਸਾਡੇ ਸਾਹਿਬਜ਼ਾਦਿਆਂ ਨੂੰ ਕਿ ਉਹਨਾਂ ਨੇ ਜਿਹੜਾ ਬਾਲ ਵੀਰ ਦਿਵਸ ਦਾ ਜਿਹੜਾ ਇਹ ਮਨਾਉਣ ਦਾ ਫੈਸਲਾ ਕੀਤਾ। ਆਪਣੇ ਰਤੂ ਸਾਹਿਬ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਬਣਾਇਆ ਗਿਆ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਔਰ ਸਾਰੇ ਦੇਸ਼ ਦੇ ਅੰਦਰ ਪੰਜਾਬ ਦੇ ਵਿੱਚ, ਤਾਂ ਮੋਦੀ ਸਾਹਿਬ ਉੱਥੇ ਵੀ ਮੱਥਾ ਟੇਕਣ ਆਏ ਸੀ। ਔਰ ਉਸ ਸਮੇਂ ਉੱਥੇ ਦਾ ਜਿਹੜਾ ਕਾਇਆ ਕਲਪ ਕੀਤਾ ਜਿਹੜਾ ਸੁਲਤਾਨਪੁਰ ਲੋਧੀ ਦਾ, ਉੱਥੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਗੱਲਾਂ ਸਹੂਲਤਾਂ ਦਿੱਤੀਆਂ। ਉਹਦੇ ਨਾਲ ਇਹ ਵੀ ਇੱਕ ਬਹੁਤ ਵੱਡੀ ਉਸ ਸਮੇਂ ਗੱਲ ਹੋਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾਂ 'ਤੇ ਸੰਸਾਰ ਦੀ ਦੁਨੀਆ ਭਰ ਜਿੱਥੇ ਵੀ ਇੰਡੀਆ ਦੀਆਂ ਐਮਬੈਸੀਆਂ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਾਏ ਗਏ, ਅਖੰਡ ਪਾਠ ਸਾਹਿਬ ਦੇ। ਔਰ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ ਸਾਰਾ ਮਾਨਸੀ ਜਾਂ ਸਭੇ ਕੇ ਪਹਿਚਾਨੋ ਸਰਬੱਤ ਦੇ ਭਲੇ ਦਾ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲੇ ਦਾ, ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੇ ਦਿੱਤਾ। ਔਰ ਉਹਨਾਂ ਨੇ ਹਮੇਸ਼ਾ ਪਗੜੀ ਧਾਰਨ ਕੀਤੀ ਹੈ। ਉਹ ਮੁਸਲਿਮ ਧਰਮ ਦੀ ਟੋਪੀ ਭਾਵੇਂ ਨਾ ਪਹਿਨਣ, ਕਿਸੇ ਹੋਰ ਧਰਮ ਦਾ ਕੋਈ ਆਪਣਾ ਲਿਬਾਸ ਨਾ ਪਹਿਨਣ ਕੋਈ, ਲੇਕਿਨ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੇ ਨਾਲ ਜਿਹੜਾ ਇਹ ਪਿਆਰ ਜਤਾਇਆ ਕਿ ਅਸੀਂ ਤੁਹਾਡੇ ਨਾਲ ਹਮਦਰਦੀ ਵੀ ਆ, ਤੁਸੀਂ ਬੜੇ ਬਹਾਦਰ ਲੋਕ ਹੋ, ਤੁਸੀਂ ਬੜੇ ਮਿਹਨਤੀ ਲੋਕ ਹੈ, ਮੈਂ ਤੁਹਾਡਾ ਬੜਾ ਸਤਿਕਾਰ ਕਰਦਾ। ਅਤੇ ਇੱਥੇ ਲੋਕ ਕਹਿੰਦੇ ਆ ਮੈਂ ਲੀਡਰ, ਕਿਸਾਨ ਲੀਡਰ ਹੈ ਸਾਡੇ ਲੱਖੋਵਾਲ ਸਾਹਿਬ, ਕਹਿੰਦੇ ਪੱਗ ਬੰਨ੍ਹਣ ਨਾਲ ਕੀ ਹੁੰਦਾ ਵੀ ਤੁਸੀਂ ਚਾਹੁੰਦੇ ਨਹੀਂ ਵੀ ਕੋਈ ਜਿਹੜੀ ਹੈ ਸਿੱਖੀ ਦੇ ਕਿਤੇ ਆਪਣਾ ਜਿਹੜਾ ਸਤਿਕਾਰ ਵਧੇ, ਸਿੱਖੀ ਦਾ ਜਿਹੜਾ ਮਾਣ ਵਧੇ। ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਸਿੱਖਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਧੋਖਾ ਕੀਤਾ, ਇਹਨਾਂ ਨੂੰ ਜਿਹੜੀ ਹੈ ਗਦਾਰ ਕਿਹਾ, ਇਹਨਾਂ ਨੂੰ ਆਤੰਕਵਾਦੀ ਕਿਹਾ, ਇਹਨਾਂ ਨੂੰ ਨਸ਼ੇੜੀ ਕਿਹਾ। ਔਰ ਇਹ ਗੱਲਾਂ ਕਰਕੇ ਸਾਡੇ ਪੰਜਾਬੀਆਂ ਨੂੰ, ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ। ਅਤੇ ਆਓ ਅੱਜ ਮੌਕਾ ਮਿਲਿਆ ਕਿ ਇੱਕ ਉਹ ਸਰਕਾਰ ਆਈ ਆ ਜਿਸ ਨੇ ਗਰੀਬ ਦੇ ਘਰ ਸਿਲੰਡਰ ਪਹੁੰਚਾਇਆ ਅਤੇ ਜਿਸ ਨੇ ਆਪਣੇ ਗਰੀਬਾਂ ਦੇ ਘਰ ਕਣਕ ਪਹੁੰਚਾਈ ਹੈ ਖਾਣ ਵਾਸਤੇ, ਜਿਹੜਾ ਮੁਫਤ ਇਲਾਜ ਲਈ 5 ਲੱਖ ਦਾ ਕਾਰਡ ਦੇ ਰਿਹਾ। ਔਰ ਸਾਡੇ ਘਰਾਂ ਦੇ ਜਿਹੜੇ ਕੱਚੇ ਮਕਾਨ ਹੈ ਜਾਂ ਖਰਾਬ ਮਕਾਨਾਂ ਨੂੰ ਮਕਾਨ ਬਣਾਉਣ ਲਈ ਪੈਸੇ ਦੇ ਰਿਹਾ। ਅਤੇ ਹੋਰ ਵੀ ਬਹੁਤ ਸਾਰੀਆਂ ਦੱਤੂ ਸਾਹਿਬ ਗੱਲਾਂ ਜਿਹੜੀਆਂ ਮੈਂ ਬੇਨਤੀ ਕਰ ਦੇਵਾਂ ਕਿ ਇੱਕ ਤਾਂ ਕੈਂਸਰ ਦੀ ਬਿਮਾਰੀ ਨਾਲ ਪੰਜਾਬ ਬਹੁਤ ਫੈਲੀ ਹੈ, ਕਿਉਂਕਿ ਸਾਡੀ ਧਰਤੀ ਜਿਹੜੀ ਹੈ ਇੱਥੇ ਖਾਦਾਂ ਪਾ ਕੇ ਜਿਹੜੀ ਹੈ ਉਹ ਖਰਾਬ ਹੋ ਗਈ। ਅੱਜ ਸਾਡੇ ਲੋਕਾਂ ਨੂੰ ਪੰਜਾਬ 'ਚ ਕੈਂਸਰ ਹੋ ਰਿਹਾ। ਉਸ ਕੈਂਸਰ ਵਾਸਤੇ ਵੀ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਹੈ ਉਹਦੇ ਇਲਾਜ ਲਈ ਇੱਥੇ ਹਸਪਤਾਲ ਖੋਲ੍ਹਾਂਗੇ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਸਾਡੇ ਕੰਮ ਹੈ, ਮਜ਼ਦੂਰੀ ਹੈ, ਕੋਈ ਮਿਸਤਰੀ ਦਾ ਕੰਮ ਦਿਨਾਂ ਦਿਹਾੜੀ ਕਰਦਾ, ਕਿਤੇ ਉਹ ਹੋਰ ਕਰਦਾ ਕੰਮ ਕਰਦਾ, ਮਜ਼ਦੂਰੀ ਕਰਦਾ, ਉਹਨਾਂ ਵਾਸਤੇ ਅਸੀਂ ਜੇ ਉਹਨਾਂ ਨੂੰ ਕਿਤੇ ਸੱਟ ਪੇਟ ਲੱਗ ਜਾਂਦੀ ਹੈ, ਚੋਟ ਲੱਗ ਜਾਂਦੀ ਹੈ, ਅਤੇ ਉਹ ਨਕਾਰਾ ਹੋ ਜਾਂਦੇ ਆ, 1 ਲੱਖ ਰੁਪਈਆ ਉਹਨਾਂ ਨੂੰ ਦਿਆਂਗੇ। ਜਿਹੜੇ ਕਿਤੇ ਥੋੜ੍ਹੇ ਘੱਟ ਹੁੰਦੇ ਆ ਉਹਨਾਂ ਨੂੰ ਅਸੀਂ 50,000 ਰੁਪਈਆ ਦੇਵਾਂਗੇ, ਉਹਨਾਂ ਦਾ ਬੀਮਾ ਕਰਾਂਗੇ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਰੀਬਾਂ ਦੀ ਜਿਹੜੀਆਂ ਭਲਾਈ ਵਾਲੀਆਂ ਸਕੀਮਾਂ ਜਿਹੜੀਆਂ ਮੋਦੀ ਸਾਹਿਬ ਲੈ ਕੇ ਆਏ, ਕੱਲ੍ਹ ਹੀ ਐਲਾਨ ਹੋਇਆ। ਅਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਕੱਚੇ ਅਧਿਆਪਕ ਹੈ, ਠੇਕੇ 'ਤੇ ਰੱਖੇ ਹੋਏ ਸਰਕਾਰ ਨੇ, ਆਂਗਨਵਾੜੀ ਵਰਕਰ ਹੈ, ਜਿਸ ਤਰ੍ਹਾਂ ਮੈਂ ਦੱਸਿਆ, ਜਿਹੜੇ ਸਾਡੇ ਆਪ ਸਫਾਈ ਮਜ਼ਦੂਰ ਹੈ ਵਿਚਾਰੇ, ਉਹਨਾਂ ਲੋਕਾਂ ਨੂੰ ਕਾਂਗਰਸ ਨੇ ਜਿਹੜਾ ਰੱਖ ਕੇ ਥੋੜ੍ਹੇ ਪੈਸਿਆਂ 'ਤੇ ਮਜ਼ਾਕ ਉਡਾਇਆ, ਉਹਨਾਂ ਦੇ ਲਾਠੀਆਂ ਮਾਰੀਆਂ। ਚੰਨੀ ਸਾਹਿਬ ਕਹਿੰਦੇ ਸੀ ਜਦੋਂ ਜਾਂਦੇ ਸੀ ਧਰਨੇ ਮੁਜ਼ਾਹਰੇ ਕਰਨ ਵਾਸਤੇ ਮੁਰਦਾਬਾਦ ਕਾਂਗਰਸ ਦੀ ਕਰਨ ਲਈ, ਤਾਂ ਇਹ ਕਹਿੰਦੇ ਸੀ ਇੱਥੇ ਡੀਜੇ ਲਾ ਦਿਓ, ਇਹਨਾਂ ਦੀ ਆਵਾਜ਼ ਨਾ ਸੁਣੇ। ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਲੇਕਿਨ ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਅਗਰ ਭਾਰਤੀ ਜਨਤਾ ਪਾਰਟੀ ਦੀ 2022 'ਚ ਪੰਜਾਬ ਸਰਕਾਰ ਪੰਜਾਬ ਦੇ ਲੋਕ ਬਣਾ ਦੇਣਗੇ ਤਾਂ ਜਿੰਨੇ ਕੱਚੇ ਮੁਲਾਜ਼ਮ ਠੇਕੇ 'ਤੇ ਅਸੀਂ ਸਾਰੇ ਭਰਤੀ ਕਰ ਦਿਆਂਗੇ। ਜਿੰਨੀਆਂ ਅਸਾਮੀਆਂ ਪੰਜਾਬ ਦੀ ਸਰਕਾਰ ਵਿੱਚ ਖਾਲੀ ਪਈਆਂ, ਉਹ ਅਸਾਮੀਆਂ ਅਸੀਂ ਜਿਹੜੀਆਂ 3 ਮਹੀਨੇ ਦੇ ਵਿੱਚ ਤੁਰੰਤ ਭਰ ਦੇ ਕੇ ਨੌਜਵਾਨਾਂ ਨੂੰ, ਅਸੀਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ। ਸਰ ਸਾਹਿਬ, ਬੰਗਾ ਹਲਕਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਤੁਸੀਂ 2 ਵਾਰ ਪਹਿਲਾਂ ਵਿਧਾਇਕ ਰਹੇ ਹੋ, ਅਤੇ ਜਿਹੜਾ ਦੂਜਾ ਕਾਂਗਰਸ ਵੱਲੋਂ ਉਹ ਵੀ 2 ਵਾਰ ਵਿਧਾਇਕ ਰਹਿ ਚੁੱਕਾ, ਅਕਾਲੀ ਦਲ ਤੋਂ ਉਹ 1 ਵਾਰ ਵਿਧਾਇਕ। ਮੁੱਖ ਮੁਕਾਬਲਾ ਕਿਹਦੇ ਵਿੱਚ ਮੰਨਦੇ ਹੋ ਇਸ ਵੇਲੇ?
ਰਤੂ ਸਾਹਿਬ ਬੇਨਤੀ ਆ ਕਿ ਮੈਂ ਤਾਂ ਕਹਿੰਦਾ ਕਿ ਖੁੱਲੀ ਬਹਿਸ ਹੋਣੀ ਚਾਹੀਦੀ ਹੈ ਕਿ ਜਿਹੜੇ ਵਿਅਕਤੀ ਇਹਨਾਂ ਨੇ ਇੱਥੇ ਹੁਣ ਤੱਕ MLA-ਸ਼ਿਪ ਕੀਤੀ ਹੈ, 5-5 ਸਾਲ ਇੱਥੇ ਰਹੇ ਆ, 10 ਸਾਲ ਵੀ ਰਹੇ ਆ, ਤਰਲੋਚਨ ਸਿੰਘ ਸੋਹਣ ਜੀ, ਉਹ ਅੱਜ ਲੋਕਾਂ ਨੂੰ ਤਾਂ ਇਹ ਕਹਿ ਰਹੇ ਆ ਕਿ ਜੀ ਪਾਰਟੀਆਂ ਬਦਲ ਲਈਆਂ। ਤੁਸੀਂ ਜਿਹੜਾ 1997 'ਚ ਵੀ ਆਜ਼ਾਦ ਲੜੀ ਸੀ ਤਰਲੋਚਨ ਸਿੰਘ ਜੀ ਨੇ, ਫਿਰ ਆਪਣਾ 2017 'ਚ ਵੀ ਜਿਹੜੀ ਆਜ਼ਾਦ ਇੱਥੇ ਲੜੀ ਸੀ। ਇਹ ਪਾਰਟੀਆਂ ਬਦਲ ਤੋਂ ਘੱਟ ਆ ਕਿ ਜੇ ਕਿਸੇ ਨੇ ਪਾਰਟੀ ਬਦਲ ਕੇ ਇਲੈਕਸ਼ਨ ਨਹੀਂ ਲੜਿਆ ਤਾਂ ਉਹ ਪਾਰਟੀਆਂ ਲੋਕਾਂ ਵਾਸਤੇ ਸੇਵਾ ਵਾਸਤੇ ਇੱਕ ਨਾਂ ਹੈ, ਲੇਕਿਨ ਵਿਅਕਤੀ ਜਿਹੜਾ ਉਹ ਸੇਵਾ ਕਰਦਾ। ਲੇਕਿਨ ਮੈਂ ਬੇਨਤੀ ਕਰ ਦੇਵਾਂ ਕਿ ਮੇਰੇ ਨਾਲੋਂ ਵੱਧ ਕਿਸੇ ਨੇ ਪੰਗਾ ਹਲਕੇ 'ਚ ਵਿਕਾਸ ਨਹੀਂ ਕਰਾਇਆ, ਕਿਸੇ ਨੇ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਕੋਈ ਸ਼ਰੀਕ ਨਹੀਂ ਹੋਇਆ। ਇਹ ਲੋਕ ਜਿਹੜੇ ਫਸਲੀ ਵਟੇਰੇ ਹੈ, ਇਹ ਜਿਹੜੀ ਹੈ ਜਦੋਂ ਇਲੈਕਸ਼ਨਾਂ ਆਉਂਦੀਆਂ ਉਦੋਂ ਨਿਕਲਦੇ, ਅਸੀਂ ਜਿੱਤੇ ਹਾਰੇ ਹਾਂ, ਰੋਜ਼ਾਨਾ ਤੁਹਾਡੇ ਸਾਹਮਣੇ ਅਸੀਂ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਹਾਂ। ਸੁੱਖੀ ਸਾਹਿਬ ਜਿਹੜੇ ਸੁਖਵਿੰਦਰ ਸੁੱਖੀ ਡਾਕਟਰ ਸਾਹਿਬ 5 ਸਾਲ ਹੁਣ ਇੱਥੋਂ ਵਿਧਾਇਕ ਰਹੇ ਆ, ਉਹ ਅੱਜ ਕਹਿੰਦੇ ਮੈਨੂੰ ਦੁਬਾਰਾ ਮੌਕਾ ਦਿਓ। ਦੁਬਾਰਾ ਮੌਕਾ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਪਰਫਾਰਮੈਂਸ ਦੇ ਆਧਾਰ 'ਤੇ, ਕੰਮ ਦੇ ਆਧਾਰ 'ਤੇ ਦੇਣਾ। ਜੇ 5 ਸਾਲਾਂ 'ਚ ਕੋਈ 5 ਰੁਪਈਆਂ ਦਾ ਕੰਮ ਹੀ ਨਹੀਂ ਕੀਤਾ, ਉਹ ਤੋਂ ਪਹਿਲਾਂ ਤਰਲੋਚਨ ਸਿੰਘ ਜੀ ਨੇ 5 ਸਾਲ ਜਿਹੜਾ 5 ਰੁਪਏ ਦਾ ਕੋਈ ਕੰਮ ਨਹੀਂ ਕੀਤਾ, ਤੇ ਫਿਰ ਅਸੀਂ ਵੋਟ ਕਿਹੜੇ ਆਧਾਰ 'ਤੇ ਅਸੀਂ ਪਾਉਣੀ ਹੈ? ਤੁਹਾਨੂੰ ਪਤਾ ਹੈ ਕਿ ਮੈਂ ਜਿਹੜੇ ਜਦੋਂ ਵੀ ਰਿਹਾ 1997 ਤੋਂ 2002 ਤੱਕ ਰਿਹਾ, ਫਿਰ ਮੈਂ 2007 ਤੋਂ 2012 ਤੱਕ MLA ਬੰਗਾ ਹਲਕੇ ਵਿੱਚ ਰਿਹਾ, ਔਰ ਜਿੰਨੇ ਵਿਕਾਸ ਦੇ ਕੰਮ ਕਰਾਏ ਆ ਉਹਨਾਂ ਦੇ ਥਾਂ ਥਾਂ 'ਤੇ ਮੇਰੇ ਪੱਥਰ ਲੱਗੇ ਆ। ਔਰ ਜੇ ਆਪਣਾ ਲੋਕ ਕੰਮ ਦੇ ਆਧਾਰ 'ਤੇ ਵੋਟ ਪਾਉਣ, ਚੰਮ ਦੇ ਆਧਾਰ 'ਤੇ ਵੋਟ ਨਾ, ਪਾਰਟੀਆਂ ਦੇ ਆਧਾਰ 'ਤੇ ਵੋਟ ਨਾ ਪਾਉਣ, ਤਾਂ ਫਿਰ ਜਿਹੜਾ ਮੈਂ ਬੰਗਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ, ਬੇਨਤੀ ਕਰਦਾ, ਦੋਨੇ ਹੱਥ ਜੋੜ ਕੇ ਪੱਲਾ ਅੱਡ ਕੇ ਕਿ ਇਸ ਵਾਰੀ ਆਪਣਾ ਜਿਹੜਾ ਵਿਕਾਸ ਵਾਸਤੇ ਵੋਟ ਦਿਓ। ਅਤੇ ਫਿਰ ਜਿਹੜਾ ਮੋਹਨ ਲਾਲ ਤੁਹਾਡੇ ਵਿੱਚ ਹਮੇਸ਼ਾ ਜਿਹੜਾ ਸ਼ਾਮਲ ਰਿਹਾ, ਤੁਹਾਡੇ ਨਾਲ ਭਰਾਵਾਂ ਵਾਂਗ, ਬੱਚਿਆਂ ਵਾਂਗ ਜਿਹੜਾ ਵਿਚਰਦਾ, ਔਰ ਤੁਹਾਡਾ ਜਿਹੜਾ ਪਰਿਵਾਰਕ ਤੌਰ 'ਤੇ ਮੈਂ ਵਿਚਰਦਾ, ਕੋਈ ਪਾਰਟੀ ਤੌਰ 'ਤੇ ਨਹੀਂ ਵਿਚਰਦਾ। ਅਤੇ ਇਸ ਕਰਕੇ ਮੈਨੂੰ ਮੌਕਾ ਦਿਓ, ਮੈਂ ਪਹਿਲਾਂ ਨਾਲੋਂ ਵੱਧ ਵਿਕਾਸ ਕਰਾਵਾਂਗਾ, ਤੁਹਾਡੀਆਂ ਸਮੱਸਿਆਵਾਂ ਹੱਲ ਕਰਾਵਾਂਗਾ। ਅਤੇ ਮੈਂ ਅੱਜ ਮੋਦੀ ਸਾਹਿਬ ਨਾਲ ਹੱਥ ਮਿਲਾਇਆ, ਅਤੇ ਤੁਹਾਨੂੰ ਵੀ ਬੇਨਤੀ ਕਰਦਾ ਕਿ ਮੋਦੀ ਸਾਹਿਬ ਜਿਹੜੇ ਇੱਕ ਸ਼ਕਤੀਸ਼ਾਲੀ ਇਨਸਾਨ ਆ, ਜਿਨ੍ਹਾਂ ਦਾ ਮੁਕਾਬਲੇ ਦਾ ਲੀਡਰ ਅੱਜ ਹਿੰਦੁਸਤਾਨ ਦੇ ਵਿੱਚ ਹੈ ਨਹੀਂ। ਕਾਂਗਰਸ ਪਾਰਟੀ ਦਾ ਪੱਪੂ ਜਿਹੜਾ ਰਾਹੁਲ ਗਾਂਧੀ, ਉਹ ਫੇਲ ਹੈ। ਕਾਂਗਰਸ ਪਾਰਟੀ ਖਤਮ ਹੋ ਗਈ ਪੰਜਾਬ ਦੇਸ਼ ਵਿੱਚੋਂ, ਔਰ ਦੂਜੀ ਕੋਈ ਪਾਰਟੀ ਨਹੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਵਿੱਚ ਹੋਵੇ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ, ਔਰ ਉਹਨਾਂ ਨੇ ਸੰਵਿਧਾਨ ਵਿੱਚ ਸਾਨੂੰ MLA, MP ਔਰ ਸਰਪੰਚ ਬਣਨ ਦਾ ਮੌਕਾ ਦਿੱਤਾ। ਅਤੇ ਮੈਂ ਉਹਨਾਂ ਦੇ ਜਿਹੜੇ ਇੱਥੇ ਯਾਦਗਾਰਾਂ ਬਣਾਈਆਂ, ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਬੰਗਿਆਂ ਦੇ ਹਲਕੇ ਦੇ ਡਾਕਟਰ ਸਾਹਿਬ ਦੀ ਕੋਈ ਯਾਦਗਾਰ ਨਹੀਂ ਬਣਾਈ, ਉਹਨਾਂ ਦਾ ਬੁੱਤ ਨਹੀਂ ਲਵਾਇਆ। ਮੇਰੇ ਤੋਂ ਬਾਅਦ 'ਚ ਵੀ ਕਿਸੇ ਨੇ ਨਹੀਂ ਲਵਾਇਆ, 2 ਜਿਹੜੇ ਹੁਣ MLA ਇੱਥੇ ਮੌਜੂਦਾ ਇਲੈਕਸ਼ਨ ਲੜ ਰਹੇ ਹੈ। ਅਤੇ ਮੈਂ ਬੇਨਤੀ ਕਰਦਾ, ਮੈਂ ਕਿਸਾਨਾਂ ਦੀ ਪਾਰਟੀ ਸੀ, ਜੱਟਾਂ ਦੀ ਪਾਰਟੀ ਸੀ, ਅਕਾਲੀ ਦਲ ਦੋਤੇ ਵਿੱਚ ਰਹਿ ਕੇ ਜਿਹੜੇ ਕੰਮ ਕੀ ਡਾਕਟਰ ਬਾਬਾ ਸਾਹਿਬ ਦੀ ਜਿਹੜੀ ਹੈ ਉਹ ਯਾਦਗਾਰਾਂ ਬਣਾਈਆਂ। ਮੈਂ ਸਾਡੀਆਂ ਧਰਮਸ਼ਾਲਾ ਨੂੰ ਵਰਤਣ ਦਿੱਤੇ, ਹਰ ਪਿੰਡ 'ਚ ਆਪਣੀ ਧਰਮਸ਼ਾਲਾ ਜਿਹੜੀ ਹੈ, SC ਧਰਮਸ਼ਾਲਾ, ਬਾਲਮੀਕ ਹੋਵੇ, ਸੈਂਸੀਆਂ ਦੀ ਹੋਵੇ, ਬਾਜੀਗਰਾਂ ਦੀ ਹੋਵੇ, ਹਰ ਇੱਕ ਨੂੰ ਜਿਹੜੀਆਂ ਗਰਾਂਟਾਂ ਦੇ ਕੇ ਬਣਵਾਇਆ। ਮੈਂ ਹੁਣ ਵੀ ਬੇਨਤੀ ਕਰਦਾ, ਜੋ ਮਰਜ਼ੀ ਕੋਈ ਭਾਰਤੀ ਜਨਤਾ ਪਾਰਟੀ ਨੂੰ ਕਹੇ, ਮੈਂ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਦਾ ਬਰਕਰਾਰ ਰਹਿਣਾ ਚਾਹੀਦਾ। ਇਹਦੇ ਵਿੱਚ ਜਿਹੜੀ ਹੈ ਕੋਈ ਵੀ ਬਾਬਾ ਸਾਹਿਬ ਜੋ ਸਹੂਲਤ ਸਾਨੂੰ ਲੋਕਾਂ ਨੂੰ, ਗਰੀਬਾਂ ਨੂੰ ਮਿਲੀ ਹੋਈ ਹੈ, ਉਹ ਜਿਹੜੀ ਹੈ ਖਤਮ ਨਹੀਂ ਹੋਣੀ ਚਾਹੀਦੀ, ਜਦ ਕਿ ਹੋਰ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ। ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੰਨੀ ਅਸੀਂ ਇੱਜ਼ਤ ਕੀਤੀ ਹੈ, ਇਹਨਾਂ ਨੇ ਕਾਂਗਰਸ ਨੇ ਸਾਰੀ ਜ਼ਿੰਦਗੀ ਨਹੀਂ ਕੀਤੀ। ਮੈਂ ਉਹਨਾਂ ਮੋਦੀ ਸਾਹਿਬ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਬਹਿਸ ਕਰਾਈ ਆ ਬਾਬਾ ਸਾਹਿਬ ਦੇ ਸੰਵਿਧਾਨ 'ਤੇ, ਕਰਕੇ ਕਾਂਗਰਸ ਨੇ ਕਦੀ ਬਾਬਾ ਸਾਹਿਬ ਦਾ ਮੁੜ ਕੇ ਦੁਬਾਰਾ ਨਾਂ ਨਹੀਂ ਲਿਆ। ਔਰ ਜਿਹੜੇ ਉਹਨਾਂ ਨੇ ਜਿੱਥੇ ਬਾਬਾ ਸਾਹਿਬ ਨੇ ਜਨਮ ਲਿਆ, ਜਿੱਥੇ ਉਹਨਾਂ ਦੀ ਡੈਥ ਹੋਈ, ਜਿੱਥੇ ਇੰਗਲੈਂਡ 'ਚ ਪੜ੍ਹੇ, ਬੰਬੇ ਵਿੱਚ ਜਿੱਥੇ ਰਹੇ, ਉਹਨਾਂ ਸਾਰਿਆਂ ਨੂੰ 5 ਤੀਰਥ ਸਥਾਨ ਬਣਾਇਆ, ਜਿੱਥੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਇੰਨੀਆਂ ਵਧੀਆ ਉੱਥੇ ਯਾਦਗਾਰਾਂ ਬਣਾਈਆਂ। ਉਹ ਦੇਖਣ ਲਾਇਕ ਹੈ। ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਬਰਗਲਾਵੇ 'ਚ ਨਾ ਆਇਓ। ਕਿਸੇ ਨੇ ਕੁਝ ਨਹੀਂ ਬਾਬਾ ਸਾਹਿਬ ਬਾਰੇ ਕੀਤਾ। ਜਿਹੜੀ ਬਹੁਜਨ ਸਮਾਜ ਪਾਰਟੀ ਹੈ, ਉਹ ਭੈਣ ਜੀ ਨੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੇਚ ਦਿੱਤੀ ਹੈ। ਤੁਹਾਡੇ ਸਾਹਮਣੇ ਹੈ ਜੋ ਨਵਾਂ ਸ਼ਹਿਰ 'ਚ ਡਰਾਮਾ ਹੋਇਆ। ਫਿਰ ਵੀ ਜਿਹੜੇ ਅੱਜ ਵੀ ਜਿਹੜੇ ਆ ਉਹ ਬਾਬਾ ਸਾਹਿਬ ਦੇ ਸਾਹਿਬ ਕਾਂਸ਼ੀ ਰਾਮ ਜੀ ਦੇ ਜਿਹੜੇ ਸ਼ਰਧਾਲੂ ਆ, ਉਹਨਾਂ ਨੇ ਸਾਰੀਆਂ ਜ਼ਿੰਦਗੀਆਂ ਆਪਣੀਆਂ ਬਰਬਾਦ ਕਰਤੀਆਂ, ਆਪਣੀਆਂ ਜਵਾਨੀਆਂ ਜਿਹੜੀਆਂ ਆਪਣੀਆਂ ਬਰਬਾਦ ਕਰਤੀਆਂ। ਪੈਸਾ ਜਿਹੜਾ ਬੱਚੇ ਨਹੀਂ ਦੇਖੇ, ਲੇਕਿਨ ਉਹਨਾਂ ਨੂੰ ਕੁਝ ਮਿਲਣ ਦੀ ਬਜਾਏ, ਇੱਜ਼ਤ ਮਿਲਣ ਦੀ ਬਜਾਏ, ਕੁਝ ਤਾਕਤ ਮਿਲਣ ਦੀ ਬਜਾਏ, ਭੈਣ ਜੀ ਨੇ ਆਪਣੇ ਨੋਟਾਂ ਨਾਲ ਘਰ ਭਰ ਲਿਆ, ਆਪਣੇ ਜਿਹੜੇ ਪਰਿਵਾਰਾਂ ਨੂੰ ਪਾਲ ਲਿਆ। ਮੋਦੀ ਸਾਹਿਬ ਜਿਹੜੇ ਦੂਜੇ ਪਾਸੇ ਹੈ, ਉਹਨਾਂ ਦਾ ਕੋਈ ਪਰਿਵਾਰ ਨਹੀਂ, ਉਹ ਸਾਰਾ ਦੇਸ਼ ਉਹਨਾਂ ਦਾ ਪਰਿਵਾਰ ਹੈ। ਕੋਈ ਇੱਕ ਪੈਸੇ ਦੇ ਵੀ ਕਿਸੇ ਦੇ ਰਵਾਦਾਰ ਨਹੀਂ। ਇਸ ਕਰਕੇ ਆ ਸਾਨੂੰ ਕੋਈ ਅਸੀਂ ਮੁਫਤ ਕਿਸੇ ਨੂੰ ਟਿਕਟ ਨਹੀਂ ਮਿਲੀ BSP ਦੇ ਬੰਦੇ ਨੂੰ।
ਜਿਹੜੀ ਭਾਰਤੀ ਜਨਤਾ ਪਾਰਟੀ ਨੇ ਟਿਕਟਾਂ ਦਿੱਤੀਆਂ ਉਹ ਸਾਰੀਆਂ ਜਿਹੜੀਆਂ ਬਿਨਾਂ ਪੈਸਿਆਂ ਤੋਂ ਬਿਨਾਂ ਕਿਸੇ ਲਾਲਚ ਤੋਂ ਦਿੱਤੀਆਂ, ਕੰਮ ਕਰਨ ਵਾਲੇ ਬੰਦਿਆਂ ਨੂੰ ਦਿੱਤੀਆਂ। ਤੇ ਫਿਰ ਕਿਉਂ ਆਪਾਂ ਆਪਣਾ ਜਿਹੜਾ ਸਮਾਂ ਬਰਬਾਦ ਕਰ ਰਹੇ ਹਾਂ? ਆਓ ਸਾਡੇ ਨਾਲ ਮਿਲੋ, ਸਾਡੇ ਨਾਲ ਹੱਥ ਮਿਲਾਓ, ਬਹੁਜਨ ਸਮਾਜ ਪਾਰਟੀ ਦੇ ਵੀਰੋ। ਆਪਾਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਈਏ, ਸਾਹਿਬ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਵਧਾਈਏ। ਲੋਕਾਂ ਦੀ ਸੇਵਾ ਕਰਨ ਦਾ ਮਿਸ਼ਨ ਹੈ, ਲੋਕਾਂ ਦੀ ਭਲਾਈ ਕਰਨ ਦਾ ਮਿਸ਼ਨ ਹੈ। ਮੈਂ ਇਹ ਵੀ ਨਰਿੰਦਰ ਮੋਦੀ ਚੋਂ ਪ੍ਰਧਾਨ ਮੰਤਰੀ ਸਾਹਿਬ ਜੀ ਤੋਂ ਮੰਗ ਕੀਤੀ ਹੈ ਕਿ ਬਾਬਾ ਸਾਹਿਬ ਜਿਹੜਾ ਸਾਡੇ ਸਤਿਕਾਰਯੋਗ ਹੈ ਹੀ ਹੈ, ਉਹ ਤਾਂ ਭਾਰਤ ਰਤਨ ਮਿਲਿਆ ਹੀ ਹੋਇਆ ਉਹਨਾਂ ਨੂੰ, ਲੇਕਿਨ ਸਾਹਿਬ ਕਾਂਸ਼ੀ ਰਾਮ ਨੇ ਜੋ ਸੇਵਾ ਕੀਤੀ ਹੈ, ਸਾਹਿਬ ਕਾਂਸ਼ੀ ਰਾਮ ਜੀ ਨੇ ਜੋ ਬਹੁਜਨ ਸਮਾਜ ਪਾਰਟੀ ਖੜੀ ਕਰਕੇ ਗਰੀਬ ਲੋਕਾਂ ਨੂੰ ਆਪਣੇ ਹੱਕਾਂ ਦੇ ਵਾਸਤੇ ਜਿਹੜਾ ਹੈ ਉਹ ਜਾਣੂ ਕਰਾਇਆ, ਔਰ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਵੀ ਜਿਹੜਾ ਹੈ ਉਹ ਬਚਣ ਵਾਸਤੇ ਅਪੀਲ ਕੀਤੀ ਹੈ। ਤੇ ਜੇ ਕਾਂਗਰਸ ਅੱਜ ਕਮਜ਼ੋਰ ਹੋਈ ਹੈ ਦੇਸ਼ ਦੇ ਅੰਦਰ, ਤਾਂ ਉਹ ਬਹੁਜਨ ਸਮਾਜ ਪਾਰਟੀ ਕਰਕੇ ਹੋਈ ਹੈ। ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦੇਸ਼ 'ਚ ਰਾਜ ਆਇਆ, ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਬਾਬੂ ਕਾਂਸ਼ੀ ਰਾਮ ਦਾ ਬੜਾ ਵੱਡਾ ਯੋਗਦਾਨ ਹੈ। ਤੇ ਮੈਂ ਮੰਗ ਕੀਤੀ ਹੈ ਮੋਦੀ ਸਾਹਿਬ ਤੋਂ ਕਿ ਸਾਹਿਬ ਕਾਂਸ਼ੀ ਰਾਮ ਦੀਆਂ ਨੀਤੀਆਂ ਔਰ ਪਾਲਿਸੀਆਂ ਕਰਨ, ਉਹਨਾਂ ਦੀ ਸੇਵਾ ਕਰਨ। ਅੱਜ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦੇਣਾ ਚਾਹੀਦਾ, ਔਰ ਉਹਨਾਂ ਦਾ ਮਾਣ ਵਧਾਉਣਾ ਚਾਹੀਦਾ, ਤਾਂ ਜੋ ਸਾਡੇ ਜਿਹੜੀ ਹੈ ਗਰੀਬ ਕੌਮ ਹੈ, ਉਹਨਾਂ ਦੇ ਬੱਚੇ ਵੀ ਜਿਹੜੇ ਉਹਨਾਂ ਦੇ ਆਪਣੋਂ ਸਿੱਖ ਕੇ ਜਿਹੜਾ ਰਾਜਨੀਤੀ ਦੇ ਵਿੱਚ ਅੱਗੇ ਵਧਣ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਅੱਜ ਸਭ ਤੋਂ ਵੱਧ MP ਸ਼ਡਿਊਲ ਕਾਸਟ, ਸਭ ਤੋਂ ਵੱਧ ਬੈਕਵਰਡ ਕਲਾਸ ਦੇ, ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ, ਔਰ ਬਹੁਤ ਵੱਡੇ ਵੱਡੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹੈ। ਚੌਧਰੀ ਸਾਹਿਬ, ਜਿਵੇਂ ਕਹਿੰਦੇ ਆ ਹਰ ਬਰਾਤ ਦੇ ਵਿੱਚ ਇੱਕ ਲਾੜਾ ਹੁੰਦਾ ਹੈ, ਹਰ ਪਾਰਟੀ ਨੇ ਆਪਣਾ CM ਦਾ ਚਿਹਰਾ ਦਿੱਤਾ। ਆਪ ਨੇ ਵੀ ਭਗਵੰਤ ਮਾਨ ਦੇ ਦਿੱਤਾ, ਅਕਾਲੀ ਦਲ ਸੁਖਬੀਰ ਬਾਦਲ ਜੀ ਹੈ, ਕਾਂਗਰਸ ਵੱਲੋਂ ਕੱਲ੍ਹ ਜਿਹੜਾ ਚੰਨੀ ਦਾ ਚਿਹਰਾ ਦਿੱਤਾ ਗਿਆ, ਭਾਜਪਾ ਵੱਲੋਂ ਹਾਲੇ ਤੱਕ ਚਿਹਰਾ ਨਹੀਂ। ਔਰ ਚੰਨੀ ਦੇ ਚਿਹਰੇ ਨੂੰ ਲੈ ਕੇ ਲੱਗਦਾ ਵੀ ਕਿ ਕਾਂਗਰਸ ਨੂੰ ਇੱਕ ਵੱਡੀ ਡੋਜ਼ ਮਿਲ ਗਈ ਹੈ ਕੱਲ੍ਹ। ਰਤੂ ਸਾਹਿਬ, ਬੇਨਤੀ ਕਰਦਾ ਹਾਂ ਕਿ ਚੰਨੀ ਸਾਹਿਬ ਨੇ 111 ਦਿਨ ਮੁੱਖ ਮੰਤਰੀਸ਼ਿਪ ਕੀਤੀ ਹੈ। 100 ਕਹਿੰਦੇ ਉਹਨਾਂ ਨੇ 11 ਮੇਰੇ ਖਿਆਲ 'ਚ ਪਤਾ ਨਹੀਂ ਜ਼ਿਆਦਾ ਵੀ ਐਲਾਨ ਕੀਤੇ ਆ। ਜੇ ਐਲਾਨਾਂ ਦੇ ਨਾਲ ਢਿੱਡ ਭਰਦਾ ਹੋਵੇ ਗਰੀਬ ਦਾ, ਲੋਕਾਂ ਦਾ, ਤਾਂ ਫਿਰ ਤਾਂ ਠੀਕ ਹੈ। ਤੇ ਜੇ ਆਪਣੇ ਆਪ ਨੂੰ ਦਲਿਤ ਕਹਿ ਕੇ ਆਪਣੇ ਸਮਾਜ ਦਾ ਕੀਤਾ ਹੀ ਕੱਖ ਨਹੀਂ, ਕੋਈ ਸਹੂਲਤ ਉਹਨਾਂ ਤੋਂ ਲੋਕਾਂ ਤੱਕ ਪਹੁੰਚੀ ਨਹੀਂ, ਤੇ ਫਿਰ ਉਹਦਾ ਸਾਡੇ ਦਲਿਤ ਹੋਣ ਦਾ ਫਾਇਦਾ ਕੀ ਹੈ? ਤੇ ਨਾਲੇ ਚੰਨੀ ਸਾਹਿਬ ਕੋਈ ਦਲਿਤ ਨਹੀਂ ਹੈਗੇ, ਉਹ ਢੌਂਗ ਕਰ ਰਹੇ ਹੈ। ਤੁਹਾਡੇ ਸਾਹਮਣੇ ਉਹਦੇ ਭਾਣਜਾ ਜਿਹੜਾ ਉਹਦੀ ਘਰ ਵਾਲੀ ਦਾ, ਉਹਦੇ ਕੋਲੋਂ ਜਿਹਦੇ ਰਾਹੀਂ ਉਹ ਕੰਮ ਚਲਾਉਂਦਾ ਸਾਰਾ ਆਪਣਾ ਪੈਸੇ ਕਮਾਉਣ ਦਾ, ਉਹ ਦੇਖੋ ਕਿੰਨਾ ਪੈਸਾ 11 ਕਰੋੜ ਰੁਪਈਆ ਨਿਕਲਿਆ, ਰਜਿਸਟਰੀਆਂ ਜ਼ਮੀਨਾਂ ਦੀਆਂ ਨਿਕਲੀਆਂ, ਫਿਰ ਸੋਨਾ ਨਿਕਲਿਆ। ਹਾਲੇ ਵੀ ਚੰਨੀ ਸਾਹਿਬ ਕੋਲ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਕਹਿੰਦੇ ਪਿਆ, ਜਿਹੜਾ ਦੱਬਿਆ ਹੋਇਆ, ਸਿਰਫ ਮੁੱਖ ਮੰਤਰੀ ਦੀ ਆੜ ਦੇ ਵਿੱਚ ਵੀ ਕਿ ਉਹਦੇ ਘਰ ਛਾਪੇ ਨਹੀਂ ਪੈ ਸਕਦੇ, ਇਸ ਕਰਕੇ ਉਹ ਜਿਹੜਾ ਨਿਕਲਿਆ ਨਹੀਂ ਬਾਹਰ। ਤੇ ਮੈਂ ਬੇਨਤੀ ਕਰਦਾ ਕਿ ਚੰਨੀ ਸਾਹਿਬ ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਗੁਰੂ ਰਵਿਦਾਸ ਜੀ ਦੇ ਪਰਿਵਾਰ ਵਿੱਚੋਂ ਰਹਿ ਗਏ ਆ। ਮੈਨੂੰ ਪਤਾ ਲੱਗਾ ਉਹਨਾਂ ਨੇ ਆਪਣਾ ਧਰਮ ਵੀ ਤਬਦੀਲ ਕੀਤਾ ਹੋਇਆ। ਵੀ ਚੰਨੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ। ਮੈਂ ਮੰਗ ਕਰਦਾ ਕਿ ਚੰਨੀ ਸਾਹਿਬ ਸਪਸ਼ਟ ਕਰਨ ਕਿ ਜਿਹੜੇ ਦੋਸ਼ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਨੇ ਆਪਣਾ ਧਰਮ ਤਬਦੀਲ ਕਰਕੇ ਕ੍ਰਿਸਚਨ ਧਰਮ ਅਪਣਾਇਆ ਹੋਇਆ, ਤੇ ਉਹ ਦੱਸਣ ਕਿ ਮੈਂ ਇਹ ਧਰਮ ਤਬਦੀਲੀ ਕੀਤੀ ਹੈ ਕਿ ਨਹੀਂ ਕੀਤੀ। ਤੇ ਜੇ ਕੀਤੀ ਹੈ ਤਾਂ ਫਿਰ ਸਾਡੇ ਗਰੀਬ ਸਮਾਜ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਕਿ ਮੈਂ ਦਲਿਤ ਹਾਂ। 25 ਕਰੋੜ ਦਾ ਚੈੱਕ ਜਿਹੜਾ ਸਾਡੇ ਸੱਚਖੰਡ ਬੱਲਾ ਮਹਾਰਾਜ ਜੀ ਨੂੰ ਦੇ ਕੇ ਆਏ ਸੀ, ਉਹ ਚੈੱਕ ਕੈਸ਼ ਨਹੀਂ ਹੋਇਆ ਜਿੱਥੋਂ ਤੱਕ ਮੈਨੂੰ ਪਤਾ ਲੱਗਾ। ਉਹ ਬੜਾ ਵੱਡਾ ਫਰਾਡ ਸਾਡੇ ਸਮਾਜ ਦੇ ਗੁਰੂ ਸਾਹਿਬਾਨ ਨਾਲ, ਸਮਾਜ ਨਾਲ ਇਹਨੇ ਧੋਖਾ ਕੀਤਾ। ਔਰ ਉੱਥੇ ਜਾ ਕੇ ਕਦੀ ਰਾਤ ਰਹਿੰਦਾ, ਕਦੀ ਲੰਗਰ ਛਕਦਾ। ਇਹ ਸਾਰੀਆਂ ਸਾਡੇ ਗਰੀਬ ਲੋਕਾਂ ਨੂੰ ਜਿਹੜੀਆਂ ਵੋਟਾਂ ਲੈਣ ਵਾਸਤੇ ਬਰਗਲਾਵੇ ਵਿੱਚ ਲਿਆਂਦਾ ਜਾ ਰਿਹਾ। ਚੰਨੀ ਸਾਹਿਬ ਪਹਿਲਾਂ ਵੀ ਮੰਤਰੀ ਸੀ ਸਰਕਾਰ ਵਿੱਚ, 5 ਸਾਲ ਮੰਤਰੀ ਰਹੇ ਹੈ, ਪਹਿਲਾਂ ਵੀ ਆਪੋਜੀਸ਼ਨ ਦਾ ਲੀਡਰ ਸੀ, ਪਹਿਲਾਂ ਕਿ ਉਦੋਂ ਯਾਦ ਨਹੀਂ ਆਈ ਇਹਨਾਂ ਨੂੰ ਜਿਹੜੀ ਇਸ ਬੱਲਾਂ ਦੀ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਦੇਖੋ ਇਹ ਚਿਹਰਾ ਵੀ ਐਲਾਨ ਕਰੇਗੀ, ਲੇਕਿਨ ਸਮਾਂ ਆਉਣ 'ਤੇ ਸਭ ਕੁਝ ਹੋਏਗਾ। ਲੇਕਿਨ ਇਹ ਆ ਬੇਨਤੀ ਕਿ ਚਿਹਰਿਆਂ ਨਾਲੋਂ ਮੁੱਦਿਆਂ ਦੀ, ਲੋਕਾਂ ਨੂੰ ਸਹੂਲਤਾਂ ਦੀ ਜਿਹੜੀ ਇਹ ਗੱਲ ਹੈ, ਪੰਜਾਬ ਦੇ ਭਲੇ ਦੀ ਗੱਲ ਹੈ, ਉਹ ਜ਼ਿਆਦਾ ਜ਼ਰੂਰੀ ਹੈ। ਹੁਣ ਤੁਹਾਡੇ ਸਾਹਮਣੇ ਆਪਣੇ ਜਿਹੜੇ ਇਹ ਕਾਂਗਰਸ ਪਾਰਟੀ ਦੇ ਵੀ ਅੱਗੇ ਆ ਗਏ, ਸੁਖਬੀਰ ਜੀ ਵੀ ਆਪਣੇ ਆਪ ਨੂੰ ਆਪੇ ਮੁੱਖ ਮੰਤਰੀ ਦਾ ਡਿਕਲੇਅਰ ਕਰ ਲਿਆ। ਤੇ ਲੇਕਿਨ ਇਹ ਗੱਲ ਹੈ ਕਿ ਲੋਕਾਂ ਨੂੰ ਇਹਨਾਂ ਮੁੱਖ ਮੰਤਰੀ ਦੇ ਚਿਹਰਿਆਂ ਨਾਲ ਨਹੀਂ, MLA ਚੁਣਦੇ ਆ। ਇੱਕ ਸਿਸਟਮ ਬਣਿਆ ਹੋਇਆ ਕਿ ਪਿੰਡ 'ਚ ਪੰਚ ਬਣਦੇ ਆ, ਫਿਰ ਉਹ ਸਰਪੰਚ ਚੁਣਦੇ ਆ। ਪਹਿਲਾਂ MLA ਬਣਨਗੇ, ਫਿਰ ਉਹ ਆਪਣਾ ਮੁੱਖ ਮੰਤਰੀ ਚੁਣਨਗੇ। ਤੇ ਚੰਨੀ ਸਾਹਿਬ ਤਾਂ ਸਾਡੇ ਤੋਂ ਜੂਨੀਅਰ ਹੈ, ਕੱਲ੍ਹ ਨੂੰ ਕੀ ਪਤਾ ਸਾਡਾ ਹੀ ਨੰਬਰ ਲੱਗ ਜਾਵੇ। ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਥੇ ਵਿਜੇ ਸਾਂਪਲਾ ਇਲੈਕਸ਼ਨ ਲੜ ਰਹੇ ਆ, ਜਿਹੜੇ ਉਹ ਵੀ ਇੱਕ ਵਾਰੀ MP ਰਹੇ, ਉਹ ਮਿਨਿਸਟਰ ਰਹੇ। ਮੈਂ ਤਾਂ 2 ਵਾਰੀ MLA ਰਿਹਾ, ਪਿੰਡ ਦਾ ਸਰਪੰਚ ਰਿਹਾ, ਜ਼ਿਲ੍ਹਾ ਵੀ ਦਾ ਮੈਂਬਰ ਰਿਹਾ।
PPSC ਦਾ ਵੀ ਮੈਂਬਰ ਰਹੇ ਹਾਂ, ਸਾਨੂੰ ਕੋਈ ਘੱਟ ਤਜਰਬਾ, ਮੈਂ MA ਤੱਕ ਪੜ੍ਹਿਆ ਹੋਇਆ, ਅਸੀਂ ਵੀ ਮੁੱਖ ਮੰਤਰੀ ਬਣ ਸਕਦੇ ਹਾਂ। ਸਾਨੂੰ ਕਿਉਂ, ਸਾਨੂੰ ਕੰਮ ਕਰਨਾ ਆਉਂਦਾ, ਪ੍ਰਸ਼ਾਸਨ ਚਲਾਉਣਾ ਆਉਂਦਾ। ਤੇ ਇਸ ਕਰਕੇ ਮੈਂ ਪਾਰਟੀ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਫੈਸਲਾ ਕਰਨਾ ਉਹ ਆਪਣਾ ਉਹਨਾਂ ਨੇ ਦੇਖ ਕੇ ਕਰਨਾ, ਲੇਕਿਨ ਮੈਂ ਕੋਈ ਇਸ ਦੌੜ ਵਿੱਚ ਸ਼ਾਮਲ ਨਹੀਂ। ਲੇਕਿਨ ਜਿਹੜਾ MLA ਬਣ ਜਾਵੇ ਉਹ ਮੁੱਖ ਮੰਤਰੀ ਬਣ ਸਕਦਾ, ਜੇ ਚੰਨੀ ਬਣ ਸਕਦਾ ਫਿਰ ਅਸੀਂ ਕਿਉਂ ਨਹੀਂ ਬਣ ਸਕਦੇ। ਚਾਚਾ ਇੱਕ ਹੋਰ ਹੈ, ਲੋਕਾਂ ਦੇ ਵਿੱਚ ਜਾਂ ਵਿਰੋਧੀਆਂ ਵਿੱਚ ਇੱਕ ਚਰਚਾ ਰਹੀ ਹੈ ਕਿ ਮੋਹਨ ਲਾਲ ਪਾਰਟੀ ਬਹੁਤ ਚੇਂਜ ਕਰਦੇ, ਜਿਵੇਂ ਤੁਸੀਂ ਪਹਿਲਾਂ ਅਕਾਲੀ ਦਲ 'ਚੋਂ ਕਾਂਗਰਸ 'ਚ ਆਏ, ਲੱਗਦਾ ਜੇ ਫਿਰ ਕਾਂਗਰਸ 'ਚ ਰਹਿੰਦੇ, ਜਿਵੇਂ ਹੁਸਨ ਲਾਲ ਨੇ ਇੱਥੋਂ ਅਨਾਊਂਸ ਕੀਤਾ ਗਿਆ, ਇਸ ਤੋਂ ਬਾਅਦ ਜੇ ਸੂੰਢ ਨੂੰ ਲਿਆਂਦਾ ਗਿਆ ਤਾਂ ਦਾਅਵੇਦਾਰੀ ਤੁਹਾਡੀ ਠੁੱਕ ਲੱਗ ਸਕਦੀ ਸੀ ਜੇ ਤੁਸੀਂ ਇੱਥੇ ਕਾਂਗਰਸ 'ਚ ਹੁੰਦੇ। ਵਿਰੋਧੀਆਂ ਦਾ ਇਹ ਵੀ ਕਹਿਣਾ ਹੈ, ਉਹਦਾ ਕੀ ਜਵਾਬ? ਡਾਕਟਰ ਸਾਹਿਬ, ਪਾਰਟੀਆਂ ਮੈਂ ਪਹਿਲਾਂ ਦੱਸਿਆ, ਪਾਰਟੀਆਂ ਇੱਕ ਸਾਧਨ ਹੈ, ਕੰਮ ਕਰਦਾ ਮੈਂ। ਦੱਸੋ, ਜੇ ਪਾਰਟੀ ਬਦਲੀ, ਮੈਂ ਲੋਕਾਂ ਦੀ ਸੇਵਾ ਲਈ ਬਦਲੀ ਹੈ, ਨਾ ਕਿ ਮੈਂ ਆਪਣੇ ਵਾਸਤੇ ਬਦਲੀ ਹੈ। ਮੈਨੂੰ ਆਪਣੇ ਵਾਸਤੇ ਕੋਈ ਫਾਇਦਾ ਨਹੀਂ, ਮੈਂ ਆਪਣੀ ਜ਼ਿੰਦਗੀ ਲੋਕ ਸੇਵਾ ਵਿੱਚ ਲਗਾਈ ਹੈ। ਇਸ ਕਰਕੇ ਪਾਰਟੀਆਂ ਜਿਹੜੀਆਂ, ਜੇ ਆਪਾਂ ਵੈਸੇ ਸੇਵਾ ਕਰਨੀ ਹੈ ਤਾਂ ਫਿਰ ਅਸੀਂ ਮੰਦਰ ਗੁਰਦੁਆਰੇ ਵਿੱਚ ਜਾ ਕੇ ਆਪਣਾ ਜਿਹੜਾ ਉੱਥੇ ਸੇਵਾ ਕਰ ਸਕਦੇ ਹਾਂ। ਜਦੋਂ ਪੋਲੀਟੀਕਲ ਪਾਰਟੀਆਂ 'ਚ ਕੰਮ ਕਰਦੇ ਹਾਂ ਤਾਂ ਫਿਰ ਅਸੀਂ ਇਹੀ ਆਸ ਕਰਦੇ ਹਾਂ ਕਿ ਸਾਨੂੰ ਪਾਰਟੀ ਕਿਤੇ ਮਾਨ ਸਨਮਾਨ ਦੇਵੇ, ਜਿੱਥੇ ਅਸੀਂ ਰਹਿ ਕੇ ਲੋਕਾਂ ਦੀ ਤਾਕਤ ਨਾਲ ਸੇਵਾ ਕਰ ਸਕੀਏ। ਸਾਨੂੰ ਤਾਂ ਉਹਨਾਂ ਨੇ ਇਨਕਾਰ ਹੀ ਕਰਤਾ ਸੀ, ਸਾਨੂੰ ਬੁਲਾ ਕੇ ਕਹਿ ਦਿੱਤਾ ਕਿ ਅਸੀਂ ਜਿਹੜੀ ਹੁਸਨ ਲਾਲ ਨੂੰ ਟਿਕਟ ਦੇਣੀ ਹੈ, ਤੁਹਾਨੂੰ ਕਿਤੇ ਟਿਕਟ ਨਹੀਂ ਦੇਣੀ, ਆਰਾਮ ਨਾਲ ਆਪਣੇ ਘਰ ਬੈਠੋ। ਜਦੋਂ ਸਾਨੂੰ ਇਹੀ ਸਪਸ਼ਟ ਕਰ ਦਿੱਤਾ, ਫਿਰ ਉੱਥੇ ਰਹਿਣ ਦਾ ਕੋਈ ਕਾਰਨ ਨਹੀਂ ਸੀ ਬਣਦਾ। ਅੱਜ ਜਿਹੜੇ ਤਰਲੋਚਨ ਸਿੰਘ ਸੂੰਢ ਜੀ ਇੱਥੇ ਆਏ ਆ, ਉਹ ਤਾਂ 5 ਸਾਲ ਹਲਕੇ 'ਚ ਦਿਖਾਈ ਨਹੀਂ ਦਿੱਤੇ। ਲੋਕਾਂ ਦੇ ਜਿਹੜਾ ਬੜਾ ਵਿਰੋਧ ਆ ਉਹਨਾਂ ਦੇ ਖਿਲਾਫ ਹੈ ਕਿ ਤੁਸੀਂ ਇੱਥੇ ਹਲਕੇ 'ਚ ਕਦੀ ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਆਉਂਦੇ, ਲੋਕਾਂ ਲਈ ਕੋਈ ਸੇਵਾ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ। ਅਤੇ ਫਿਰ ਹੁਣ ਵੋਟਾਂ ਲੈਣ ਵਾਸਤੇ ਕਿਸ ਤਰ੍ਹਾਂ ਹੈ? ਜਦੋਂ ਪਰ ਬਣੇ ਵੀ ਸੀ ਤਰਲੋਚਨ ਸਿੰਘ ਸੂੰਢ ਜੀ, ਉਦੋਂ ਵੀ ਕੁਛ ਨਹੀਂ ਕਰਾਇਆ ਬੰਗਾ ਹਲਕੇ ਦਾ। ਤੁਸੀਂ ਬੰਗਾ ਸ਼ਹਿਰ ਦੇ ਵਿੱਚ ਮੈਨੂੰ ਅੱਜ ਇੱਕ ਵੀ ਨਿਸ਼ਾਨੀ, ਜਿਹੜੀ ਵੱਡੀ ਨਿਸ਼ਾਨੀ ਸਬਜ਼ੀ ਮੰਡੀ ਅਸੀਂ ਬਣਾਈ, ਬੱਸ ਅੱਡਾ ਮੈਂ ਬਣਾਇਆ, ਹਸਪਤਾਲ ਸਿਵਲ ਮੈਂ ਬਣਾਇਆ, ਜਿੱਥੇ ਵੱਡੀ ਤਹਿਸੀਲ ਮੈਂ ਬਣਾਈ, ਅਤੇ ਇੱਥੇ ਪੋਲੀਟੈਕਨਿਕ ਕਾਲਜ ਮੈਂ ਲੈ ਕੇ ਆਇਆ, ਜੜਿਆਲੇ ਮੁਫਤ ਜਿਹੜਾ ਆਦਰਸ਼ ਸਕੂਲ ਆ ਉਹ ਮੈਂ ਲੈ ਕੇ ਆਇਆ। ਬੰਗੇ ਸ਼ਹਿਰ ਦਾ ਖਾਸ ਜਿਹੜਾ ਗੰਦੇ ਪਾਣੀ ਦਾ ਉਹ ਬੰਗਾ ਗੋਪਾਲਪੁਰ ਡਰੇਨ ਹੀਮੀ ਤੋਂ ਅੱਗੇ ਜਿਹੜੀ ਹੈ ਜੜਿਆਲੇ ਤੱਕ ਮੈਂ ਕਢਾ ਕੇ ਦਿੱਤੀ ਹੈ। ਪਿੰਡ ਟੈਂਕੀਆਂ ਮੈਂ ਬਣਾ ਕੇ ਦਿੱਤੀਆਂ, ਸਕੂਲ ਅਪਗ੍ਰੇਡ ਮੈਂ ਕਰਾਏ ਹੈ, ਔਰ ਹੋਰ ਜਿਹੜੇ ਵੀ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਦਿੱਤੀਆਂ। ਸੜਕਾਂ ਦੇ ਜਾਲ ਦੇਖਣ ਲੱਗਾ ਜਾਂ ਮੈਂ ਦੱਸਣ ਲੱਗਾ ਤਾਂ ਮੇਰੇ ਕੋਲ ਇੰਨੀ ਟਾਈਮ ਹੀ ਨਹੀਂ ਹੈਗਾ ਕਿ ਮੈਂ ਦੱਸ ਸਕਾਂ ਸਾਰੀਆਂ ਗੱਲਾਂ, ਤੁਹਾਡੇ ਕੋਲ ਵੀ ਸਮਾਂ ਥੋੜ੍ਹਾ। ਇਸ ਕਰਕੇ ਇਹਨਾਂ ਨੂੰ ਵੀ ਪੁੱਛੋ ਨਾ ਵੀ ਮੈਂ ਤਾਂ ਆਪਣਾ ਪਰਚਾ ਛਪਾਇਆ, ਜਿਹੜਾ ਮੈਂ ਉਹ ਆਪਣਾ ਹੁਣ ਨਵਾਂ ਵੀ ਛਪਾਇਆ, ਲੇਕਿਨ ਮੈਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਉਹਦੇ ਵਿੱਚ ਗਿਣਾਈਆਂ। ਅਤੇ ਮੈਂ ਬੇਨਤੀ ਕਰਦਾ ਕਿ ਮੈਂ ਇਹਨਾਂ ਨੂੰ ਵੀ ਪੁੱਛਣ ਨਾ, ਲੋਕ ਪੁੱਛਣ ਵੀ ਇਹਨਾਂ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਹੈ, ਜਦੋਂ ਇਹ MLA ਰਹੇ ਆ, ਇਹਨਾਂ ਨੇ ਕੀ ਕੰਮ ਕੀਤਾ। ਇਸ ਕਰਕੇ ਲੋਕਾਂ ਨੂੰ ਕਾਰਗੁਜ਼ਾਰੀ ਆਧਾਰ 'ਤੇ ਵੋਟ ਪਾਉਣੀ ਚਾਹੀਦੀ ਹੈ, ਨਾ ਕਿ ਇਹਨਾਂ ਗੱਲਾਂ ਵਿੱਚ ਜਿਹੜਾ ਲੋਕਾਂ ਨੂੰ ਲਿਆਉਣਾ ਚਾਹੀਦਾ। ਪਿਛਲੀ ਇਲੈਕਸ਼ਨ ਕਾਂਗਰਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਲੜੀ ਸੀ, ਔਰ ਨਸ਼ਿਆਂ ਦੇ ਖਿਲਾਫ ਲੜੀ ਸੀ ਕਿ ਅਕਾਲੀ ਦਲ ਨੇ ਇੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ, ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ, ਔਰ ਪੰਜਾਬ ਦੇ ਨਸ਼ਾ ਜਿਹੜਾ ਘਰ ਘਰ ਦੇ ਵਿੱਚ ਹੋਇਆ। ਅੱਜ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੂੰ, ਚੰਨੀ ਸਾਹਿਬ ਨੂੰ, ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੀ ਇਨਸਾਫ ਲੋਕਾਂ ਨੂੰ ਦਿੱਤਾ? ਤੁਸੀਂ ਕੀ ਨਸ਼ਿਆਂ ਨੂੰ ਜਿਹੜਾ ਬੰਦ ਕੀਤਾ? ਅੱਜ ਘਰ ਘਰ ਨਸ਼ੇ ਜਿਹੜੇ ਸਪਲਾਈ ਹੈ ਉਹ ਡਿਲੀਵਰੀ ਹੋ ਰਹੇ ਹੈ। ਤੁਹਾਡੇ ਰਾਜ ਵਿੱਚ ਕਾਂਗਰਸੀਆਂ ਨੇ ਸ਼ਰਾਬ ਦੀਆਂ ਡਿਸਟਿਲਰੀਆਂ ਨਜਾਇਜ਼ ਲਾ ਕੇ ਉਹ ਲੋਕਾਂ ਨੂੰ, ਸਾਡੇ ਗਰੀਬ ਲੋਕਾਂ ਨੂੰ ਮਾਰਿਆ। ਔਰ ਤੁਹਾਡੇ ਸਾਹਮਣੇ ਜੋ ਬਟਾਲੇ 'ਚ ਹੋਇਆ, ਉਹ ਉੱਥੇ 150 ਬੰਦਾ ਸਾਡਾ ਰਿਕਸ਼ਾ ਚਲਾਉਣ ਵਾਲਾ ਗਰੀਬ ਲੋਕ ਔਰ ਮਜ਼ਦੂਰੀ ਕਰਨ ਵਾਲੇ ਸ਼ਾਮ ਨੂੰ ਜਿਹੜੇ ਆਪਣੇ ਜਿਹੜੀ ਉਹ ਸ਼ਰਾਬ ਪੀ ਕੇ ਜਿਹੜੇ 2 ਨੰਬਰ ਦੀ ਉਹ ਮਰ ਗਏ, ਲੇਕਿਨ ਅੱਜ ਤੱਕ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਅਤੇ ਤੁਸੀਂ ਅੱਜ ਤੱਕ ਕਿਸੇ ਨੂੰ ਇਨਸਾਫ ਨਹੀਂ ਦਿੱਤਾ, ਕਿਸੇ ਦੇ ਉਹਨਾਂ ਦੇ ਬੱਚੇ ਨੂੰ ਨੌਕਰੀ ਨਹੀਂ ਦਿੱਤੀ, ਔਰ ਕਿਸੇ ਦੋਸ਼ੀ ਨੂੰ ਜਿਨ੍ਹਾਂ ਦੀਆਂ ਡਿਸਟਿਲਰੀਆਂ ਲੱਗੀਆਂ ਸੀ, ਕਿਸੇ ਨੂੰ ਤੁਸੀਂ ਫੜਿਆ, ਕਿਸੇ ਦੀ ਮਸ਼ੀਨ ਕਰੋੜਾਂ ਰੁਪਈਆਂ ਦੀ ਮਸ਼ੀਨਰੀ ਸ਼ਰਾਬ ਬਣਾਉਣ ਵਾਸਤੇ ਲੱਗਦੀ ਹੈ। ਉਹ ਮਸ਼ੀਨਰੀ ਕਿੱਥੋਂ ਆਈ? ਸ਼ਰਾਬ ਦੀਆਂ ਬੋਤਲਾਂ ਕਿੱਥੋਂ ਆਈਆਂ? ਲੇਬਲ ਕਿੱਥੋਂ ਆਏ? ਜਿਹੜੀ ਜਿਨ੍ਹਾਂ ਦੀ ਜਿੱਥੇ ਲੱਗੀ ਹੋਈ ਸੀ ਉਹ ਜ਼ਮੀਨ ਕਿਹਦੀ ਹੈ? ਕਿਹੜੀ ਉਹ ਜਿੱਥੇ ਆਪਣੇ ਬਣਿਆ ਸੀ, ਆਪਣੀ ਫੈਕਟਰੀਆਂ ਬਣੀਆਂ ਸੀ, ਉਹ ਕਿਹੜੇ ਵਿਅਕਤੀ ਦੀਆਂ? ਤੁਸੀਂ ਲੋਕਾਂ ਨੂੰ ਅੱਜ ਜਿਹੜੀਆਂ ਇਹ ਹੁਣ ਚੰਨੀ ਸਾਹਿਬ ਦਾ ਚਿਹਰਾ ਦਿਖਾ ਕੇ ਚਿਹਰਿਆਂ ਨਾਲ ਵੋਟ ਨਹੀਂ ਪੈਣੀ, ਕੰਮ ਦੇ ਨਾਲ ਵੋਟ ਪਾਉਣੀ। ਲੋਕ ਬੜੇ ਸਿਆਣੇ ਹੈ ਅਤੇ ਤੁਸੀਂ ਕੀਤਾ ਕਰਾਇਆ ਕੁਝ ਨਹੀਂ। ਅਤੇ ਅੱਜ ਜਿਹੜੇ ਮੁੱਦਿਆਂ 'ਤੇ ਤੁਸੀਂ ਚੋਣਾਂ ਲੜ ਰਹੇ ਹੈ, ਉਹ ਪੁਰਾਣੇ ਮੁੱਦੇ ਤੁਸੀਂ ਲੋਕਾਂ ਨੂੰ ਭੁਲਾ ਰਹੇ ਹੈ, ਲੜਾਈਆਂ ਝਗੜੇ ਕਰਕੇ ਆਪਣਾ ਧਿਆਨ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਪਿਛਲੀ ਸਰਕਾਰ ਜਿਹੜੀ ਸੀ ਕਾਂਗਰਸ ਪਾਰਟੀ ਦੀ, ਜਿਹੜੀ ਹੁਣ ਚੱਲ ਰਹੀ ਹੈ, ਇਸ ਨੇ ਅਕਾਲੀ ਸਰਕਾਰ 'ਤੇ ਜਿਹੜੇ ਦੋਸ਼ ਲਗਾਏ ਸੀ, ਉਹ ਦੋਸ਼ਾਂ ਦੇ ਕਰਕੇ ਇਹ ਆਪਣੀ ਸਰਕਾਰ 'ਚ ਇਹ ਲੈ ਕੇ ਆਏ ਸੀ। ਲੇਕਿਨ ਉਹ ਗੱਲਾਂ ਜਿਹੜੀਆਂ ਇਹਨਾਂ ਨੇ ਕਰਕੇ ਆਏ ਸੀ, ਉਹ ਪੂਰੀਆਂ ਨਹੀਂ ਕੀਤੀਆਂ। ਅਤੇ ਇਸ ਕਰਕੇ ਪੰਜਾਬ ਦੇ ਲੋਕੋ, ਆ ਜਿਹੜਾ ਕੇਜਰੀਵਾਲ ਤੁਰਿਆ ਫਿਰਦਾ, ਇਹਦਾ ਜਿਹੜਾ ਖਾਲੀ ਲਿਫਾਫੇ ਦੇ ਵਿੱਚ ਹਵਾ ਭਰੀ ਹੁੰਦੀ ਹੈ,
ਉਹ ਉਸ ਤਰ੍ਹਾਂ ਦਾ ਵਿਅਕਤੀ ਹੈ। ਉੱਥੇ ਦਿੱਲੀ ਦੇ ਅੰਦਰ ਕਰੋਨਾ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ, ਨਾ ਉੱਥੇ ਆਕਸੀਜਨ ਮਿਲੀ, ਨਾ ਡਾਕਟਰ ਮਿਲਿਆ, ਨਾ ਮੁਹੱਲਾ ਕਲੀਨਿਕ ਲੱਭਿਆ। ਮਰਨ ਤੋਂ ਬਾਅਦ ਵੀ ਸ਼ਮਸ਼ਾਨ ਘਾਟਾਂ ਵਿੱਚ ਲੋਕਾਂ ਨੂੰ ਜਿਹੜੀ ਸੰਸਕਾਰਨ ਵਾਸਤੇ ਥਾਂ ਨਹੀਂ ਮਿਲਿਆ। ਔਰ ਦਿੱਲੀ ਦਾ ਮਾਡਲ ਪੰਜਾਬ 'ਚ ਲਾਗੂ ਨਹੀਂ ਹੋ ਸਕਦਾ। ਦਿੱਲੀ ਸ਼ਹਿਰ ਹੈ, ਅਸੀਂ ਪੇਂਡੂ ਲੋਕ ਹੈ। ਪਿੰਡਾਂ 'ਚ ਨਾ ਡਾਕਟਰ ਜਿਹੜੇ ਆ ਆਪਣੀ ਡਿਊਟੀ ਠੀਕ ਢੰਗ ਨਾਲ ਕਰਦੇ ਆ, ਨਾ ਆਪਣਾ ਮਾਸਟਰ ਉੱਥੇ ਰਹਿਣ ਵਾਸਤੇ ਤਿਆਰ ਹੈ। ਲੇਕਿਨ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਆਉਣ 'ਤੇ ਲੀਹ 'ਤੇ ਲੈ ਕੇ ਆਵਾਂਗੇ। ਪਿੰਡਾਂ ਦੇ ਵਿੱਚ ਜਿਹੜੇ ਵਧੀਆ ਮਾਡਰਨ ਸਕੂਲ ਬਣਾਵਾਂਗੇ ਔਰ ਉੱਚ ਵਿੱਦਿਆ ਵਾਸਤੇ ਜਿਹੜੀਆਂ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਾਡੇ ਨੌਜਵਾਨ ਬੱਚਿਆਂ ਨੂੰ ਇੱਥੇ ਮਿਲਣਗੀਆਂ। ਅਤੇ ਮੈਂ ਵੀ ਬੇਨਤੀ ਕਰਦਾ ਕਿ ਸਾਡੀਆਂ ਜਿਹੜੀਆਂ ਪੁਲਿਸ ਹੈ ਇਹਦੇ ਵਿੱਚ 33% ਰਿਜ਼ਰਵੇਸ਼ਨ ਜਿਹੜੀ ਹੈ ਉਹ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੀ ਔਰਤਾਂ ਨੂੰ ਦੇਵਾਂਗੇ, ਜਿਹਦੇ ਨਾਲ ਸਾਡੀਆਂ ਭੈਣਾਂ ਜਿਹੜੀਆਂ ਉਹਨੂੰ ਰੁਜ਼ਗਾਰ ਵੀ ਮਿਲ ਸਕੇ। ਔਰ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਨੌਕਰੀ ਨਹੀਂ ਕਰ ਸਕਦੀਆਂ, ਘਰੇਲੂ ਔਰਤਾਂ ਜ਼ਿਆਦਾ ਪੜ੍ਹੀਆਂ ਲਿਖੀਆਂ ਨਹੀਂ, ਉਹਨਾਂ ਨੂੰ ਅਸੀਂ ਜਿਹੜੀਆਂ ਹੈ 5-5-10 ਜਿਹੜਾ ਗਰੁੱਪ ਹੋਏਗਾ ਭੈਣਾਂ ਦਾ, ਉਹਨੂੰ ਅਸੀਂ 10 ਲੱਖ ਰੁਪਈਏ ਦਾ ਸਸਤਾ ਲੋਨ ਜਿਹੜਾ ਵਿਆਜ ਤੇ ਜਿਹੜਾ ਉਹਦੇ ਉੱਪਰ ਅਸੀਂ ਪੈਸਾ ਦੇਵਾਂਗੇ। ਜਿਹੜੀਆਂ ਉਹ ਚੀਜ਼ਾਂ ਬਣਾਉਣਗੀਆਂ, ਮੰਨ ਲਓ ਅਚਾਰ ਬਣਾਉਣਾ ਘਰ ਦੇ ਵਿੱਚ, ਪਾਪੜ ਬਣਾਉਣੇ, ਹੋਰ ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਤਿਆਰ ਹੋ ਸਕਦੀਆਂ, ਜਿਹੜੀਆਂ ਆਸਾਨੀ ਨਾਲ ਭੈਣਾਂ ਬਣਾ ਸਕਦੀਆਂ, ਉਹਦਾ ਜਿਹੜੀ ਮਾਰਕੀਟਿੰਗ ਆ ਉਹ ਵੀ ਸਰਕਾਰ ਕਰੇਗੀ। ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿ ਇਹ ਚੀਜ਼ਾਂ ਵੇਚਣ ਵਾਸਤੇ ਅਸੀਂ ਕਿੱਥੇ ਜਾ ਕੇ ਵੇਚਾਂਗੇ। ਇਸ ਕਰਕੇ ਹਰ ਹੱਥ ਨੂੰ ਕੰਮ ਦੇਣ ਦੀ ਗੱਲ ਮੋਦੀ ਸਾਹਿਬ ਕਰ ਰਹੇ ਹੈ। ਅਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਨੌਜਵਾਨ ਹੈ, ਸਾਡੇ ਬਜ਼ੁਰਗ ਹੈ ਔਰ ਸਾਡੀਆਂ ਮਾਵਾਂ ਭੈਣਾਂ, ਸਾਰੇ ਕਿਸਾਨ ਵੀਰ ਹੈ, ਆਓ ਮੋਦੀ ਸਾਹਿਬ ਦੇ ਨਾਲ ਮਿਲ ਕੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ, ਡਰ ਭੈ ਮੁਕਤ ਔਰ ਖੁਸ਼ਹਾਲ ਪੰਜਾਬ ਬਣਾਈਏ, ਤਾਂ ਜੋ ਪੰਜਾਬ ਦੀ ਤਰੱਕੀ ਅਤੇ ਜਿਹੜੀ ਇਹ ਖੁਸ਼ਹਾਲੀ ਹੈ ਪੰਜਾਬ ਦੇ ਅੰਦਰ ਆ ਸਕੇ ਔਰ ਆਪਾਂ ਜਿਹੜਾ ਹੈ ਇੱਥੇ ਅਮਨ ਸ਼ਾਂਤੀ ਭਾਈਚਾਰੇ ਦੇ ਨਾਲ ਰਹੀਏ। ਅੱਜ ਇਹ ਵੀ ਮੈਂ ਬੇਨਤੀ ਕਰਦਾ ਰਤੂ ਸਾਹਿਬ ਕਿ ਸਾਡੇ ਜਿਹੜੇ ਇੱਥੇ ਰਾਜੇਵਾਲ ਸਾਹਿਬ ਕਿਸਾਨ ਯੂਨੀਅਨ ਦੇ ਲੀਡਰ ਹੈ, ਕਹਿੰਦੇ ਮੈਨੂੰ ਮੁੱਖ ਮੰਤਰੀ ਬਣਾ ਦਿਓ। ਜੇ ਕਿਸਾਨਾਂ ਦਾ ਮੁੱਖ ਮੰਤਰੀ ਨਹੀਂ ਬਣਾਉਂਗੇ ਤਾਂ ਫਿਰ ਪੰਜਾਬ 'ਚ ਆਤੰਕਵਾਦ ਆ ਜਾਊਗਾ। ਇੱਥੇ ਜਿਹੜੀਆਂ ਨੌਜਵਾਨ ਹਥਿਆਰ ਚੱਕ ਲੈਣਗੇ। ਅਤੇ ਮੈਂ ਉਹਦੇ ਜਿਹੜੀ ਬਿਆਨ ਦੀ ਸਖਤ ਨਿੰਦਾ ਕਰਦਾ। ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਦੇਖਿਆ 15 ਸਾਲ ਆਤੰਕਵਾਦ, ਮੈਂ ਜਦੋਂ ਉਸ ਸਮੇਂ ਮੈਂ 11ਵੀਂ 12ਵੀਂ 'ਚ ਪੜ੍ਹਦਾ ਸੀ ਜਦੋਂ ਸ਼ੁਰੂ ਹੋਇਆ, ਅਤੇ ਜਿਹੜੀ ਹੈ 15 ਸਾਲ ਇੱਥੇ ਪੰਜਾਬ ਦੇ ਅੰਦਰ ਨੌਜਵਾਨੀ ਦਾ ਘਾਣ ਹੋਇਆ। ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ, ਖਾਸ ਤੌਰ 'ਤੇ ਸਿੱਖ ਜਿਹੜੇ ਪਰਿਵਾਰ ਸੀ, ਜਿਹੜੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਜਿਹੜੀ ਬੇਇੱਜ਼ਤੀ ਪੁਲਿਸ ਕਰਦੀ ਰਹੀ ਕਾਂਗਰਸ ਦੇ ਰਾਜ ਦੇ ਅੰਦਰ। ਔਰ ਇੱਥੇ ਜਿਹੜੇ ਹੈ ਲੱਖਾਂ ਰੁਪਈਆ, ਕਰੋੜਾਂ ਰੁਪਈਆ ਪੁਲਿਸ ਵਾਲੇ ਉਸ ਸਮੇਂ ਲੁੱਟ ਕੇ ਜਿਹੜੇ ਲੋਕਾਂ ਤੋਂ ਡਰਾ ਕੇ ਲੈ ਗਏ। ਅਤੇ ਬੱਚਿਆਂ ਵਿੱਚ ਨਫ਼ਰਤ ਪੈਦਾ ਨਾ ਕਰੋ, ਸਰਕਾਰ ਦੇ ਪ੍ਰਤੀ ਪਿਆਰ ਪੈਦਾ ਕਰੋ। ਮੋਦੀ ਸਾਹਿਬ ਦੇ ਤੁਹਾਡੇ ਸੱਚੇ ਹਮਦਰਦ ਹੈ ਅਤੇ ਉਹਨਾਂ ਦੇ ਨਾਲ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਅਤੇ ਕਾਂਗਰਸ ਪਾਰਟੀ ਤਾਂ ਤੁਹਾਡੀ ਜਿਹੜੀ ਹੈ ਵਿਰੋਧੀ ਪਾਰਟੀ ਹੈ, ਸਿੱਖ ਵਿਰੋਧੀ ਮਾਨਸਿਕਤਾ ਰੱਖਦੀ ਹੈ। ਤੁਸੀਂ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਔਰ ਤਰੱਕੀ ਕਰਨ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਾਂ ਸਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਨਾਲ ਹੱਥ ਮਿਲਾਓ ਅਤੇ ਪੰਜਾਬ ਦੀ ਜਿਹੜੀ ਹੈ ਉਹ ਨੁਹਾਰ ਬਦਲਣ ਦੇ ਵਿੱਚ ਸਾਡਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸੋ ਇਹ ਸਨ ਹਲਕਾ ਬੰਗਾ ਤੋਂ ਭਾਜਪਾ ਦੇ ਉਮੀਦਵਾਰ ਚੌਧਰੀ ਮੋਹਨ ਲਾਲ ਬਹਿਰਾਮ ਜੀ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਪਾਰਟੀਆਂ ਨਹੀਂ ਬਦਲੀਆਂ, ਬਲਕਿ ਉਹਨਾਂ ਨੇ ਇੱਕ ਸੋਚ ਬਦਲੀ ਹੈ। ਉਹਨਾਂ ਦਾ ਮਕਸਦ ਹੈ ਸੇਵਾ, ਪਾਰਟੀ ਤੋਂ ਹਟ ਕੇ ਉਹ ਲੋਕਾਂ ਦੀ ਸੇਵਾ ਕਰਨੀ। ਜਿਵੇਂ ਉਹਨਾਂ ਨੇ ਪਹਿਲਾਂ 2 ਵਾਰ ਜਿਹੜਾ ਵਿਧਾਇਕ ਬਣ ਕੇ ਜੋ ਬੰਗਾ ਦਾ ਵਿਕਾਸ ਕੀਤਾ, ਉਸ ਮਿਸ਼ਨ ਨੂੰ ਲੈ ਕੇ ਹੁਣ ਫਿਰ ਜਿਹੜਾ 22 ਦੀਆਂ ਇਲੈਕਸ਼ਨਾਂ ਵਿਚਾਰ ਹੈ, ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਨ, ਉਹਨਾਂ ਨੂੰ ਜਿਤਾ ਕੇ ਤੋਂ ਵਿਧਾਨ ਸਭਾ ਪਹੁੰਚਾਓ ਔਰ ਵਿਕਾਸ ਦੇ ਨਾਂ 'ਤੇ ਜਿਹੜੀ ਆ ਵੋਟ ਪਾਈ ਜਾਵੇ।